ਪਰ ਡਾਕਟਰ ਸਵੈਮਾਨ ਸਿੰਘ ਬਹੁਤ ਬਾਗੀ ਰਹੇ ਨੇ। 2 ਵਾਰ ਟਵੀਟ ਕਰ ਚੁੱਕੇ ਕਿ ਮੈਂ ਕੈਂਡੀਡੇਟਸ ਤੋਂ ਖੁਸ਼ ਨਹੀਂ ਹਾਂ ਸਾਰਿਆਂ ਤੋਂ। ਦੇਖੋ ਇਹ ਤੇ ਗੱਲ ਠੀਕ ਹੈ ਕਿ ਉਹਨਾਂ ਦੀਆਂ ਰਿਜ਼ਰਵੇਸ਼ਨ ਕੁਝ ਕੈਂਡੀਡੇਟਸ ਬਾਰੇ ਹੈਗੀਆਂ, ਉਹ ਸਾਡੀਆਂ ਵੀ ਹੈਗੀਆਂ ਤੇ ਹੋਣੀਆਂ ਵੀ ਚਾਹੀਦੀਆਂ। ਜਿਹਨੂੰ ਅਖਬਾਰਾਂ ਵਾਲੇ ਬਾਰ-ਬਾਰ ਗੈਂਗਸਟਰ ਟਰਨਡ ਪੋਲੀਟੀਸ਼ੀਅਨ ਲਿਖਦੇ, ਲੱਖਾ ਸਿਧਾਣਾ, ਕੀ ਮਜਬੂਰੀ ਰਹੀ? ਉਹਨਾਂ ਦਾ ਐਟੀਟਿਊਡ ਇਸ ਮੂਵਮੈਂਟ ਪ੍ਰਤੀ ਵੀ ਵੈਸੀਲੇਟਿੰਗ ਸੀ, ਕਦੀ ਸਪੋਰਟ ਕਰਦੇ ਸੀ, ਕਦੀ ਵਿਰੋਧਤਾ ਕਰਦੇ ਸੀ, ਆਪਣੇ ਢੰਗ ਨਾਲ ਕਦੀ ਧਮਕੀਆਂ ਵੀ ਦਿੰਦੇ ਸੀ। ਇਸ ਗੱਲ ਨਹੀਂ ਕਿ ਸਾਨੂੰ ਸੱਤਾ ਦਾ ਭੋਖੜਾ ਲੱਗਾ ਤੇ ਸਾਨੂੰ ਲਾਲ ਬੱਤੀਆਂ ਵਾਲੀਆਂ ਕਾਰਾਂ ਚਾਹੀਦੀਆਂ। ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਤੇ ਅੱਜ ਸਾਡੇ ਨਾਲ ਇੱਕ ਸਿਆਸੀ ਮਾਹਿਰ ਜੁੜੇ ਨੇ, ਲੇਕਿਨ ਹੁਣ ਉਹ ਇੱਕ ਪਾਰਟੀ ਨਾਲ ਜੁੜ ਗਏ ਨੇ। ਪ੍ਰੋਫੈਸਰ ਮਨਜੀਤ ਸਿੰਘ ਜੀ ਦੀ ਗੱਲ ਕਰ ਰਹੇ ਹਾਂ। ਸਰ, ਪਹਿਲਾਂ ਤਾਂ ਬਹੁਤ-ਬਹੁਤ ਸਤਿ ਸ਼੍ਰੀ ਅਕਾਲ, ਧੰਨਵਾਦ ਸਾਡੇ ਨਾਲ ਜੁੜਨ ਲਈ। ਬਹੁਤ-ਬਹੁਤ ਧੰਨਵਾਦ ਜੀ। ਸ਼ੁਰੂਆਤ ਕਰਨ ਲਈ ਮੈਂ ਸੋਚਿਆ ਕਿ ਸਰ ਨੂੰ ਕੁਝ ਤਾਂ ਸਵਾਲ ਮੈਂ ਇਹੋ ਜਿਹੇ ਪੁੱਛ ਲਵਾਂ, ਕਿਉਂਕਿ ਮੈਂ ਇਹਨੂੰ ਹਮੇਸ਼ਾ ਤੋਂ ਇੱਕ ਸਿਆਸੀ ਮਾਹਿਰ ਮੰਨਦਾ ਰਿਹਾ ਤੇ ਉਸ ਤੋਂ ਬਾਅਦ ਅਸੀਂ ਕਨਵਰਸੇਸ਼ਨ SSM ਉਹਦੀ ਤਿਆਰੀ ਜਿਹਦੇ ਨਾਲ ਹੁਣ ਸਰ ਜੁੜ ਗਏ ਨੇ ਉਹਦੀ ਗੱਲ ਕਰਾਂਗੇ। ਸਰ, ਪਹਿਲਾ ਮੇਰਾ ਸਵਾਲ ਤੁਹਾਨੂੰ ਇਹ ਕਿ ਇਸ ਵਾਰ ਸ਼ਾਇਦ ਪਹਿਲੀ ਵਾਰ ਪੰਜਾਬ ਦੀ ਰਾਜਨੀਤੀ ਚਿਹਰੇ ਤੇ ਲੜੀ ਜਾ ਰਹੀ ਹੈ। ਇਸ ਤੋਂ ਪਹਿਲਾਂ ਬਾਦਲ ਤੇ ਕੈਪਟਨ ਅਸੀਂ 2 ਨਾਮ ਸੁਣਦੇ ਸੀਗੇ। ਇਸ ਵਾਰ ਬਹੁਤ ਜ਼ੋਰ ਦਿੱਤਾ ਜਾ ਰਿਹਾ CM ਕੌਣ ਹੋਏਗਾ, ਤੇ ਜਿਹੜਾ ਇਸ ਵਾਰ ਤਰੀਕਾ ਚੁਣਿਆ ਖਾਸ ਕਰ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ, ਮੈਂ ਉਹਦੇ ਬਾਰੇ ਤੁਹਾਨੂੰ ਪੁੱਛਣਾ ਚਾਹੁੰਦਾ। ਜਿਸ ਤਰ੍ਹਾਂ ਚੰਨੀ ਦੀ ਅਨਾਊਂਸਮੈਂਟ ਹੋਈ ਹੈ ਤੇ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਭਗਵੰਤ ਮਾਨ ਨੂੰ ਚੁਣਿਆ ਗਿਆ, ਪੰਜਾਬ ਦੀ ਇਹ ਸ਼ਿਫਟ ਜਿਹੜੀ ਪੋਲੀਟਿਕਸ ਦੇਖ ਰਹੇ ਹੋ ਉਹ ਕਿਸ ਤਰ੍ਹਾਂ ਦੇਖਦੇ ਹੋ? ਇਹ ਅਫਸੋਸ ਦੀ ਗੱਲ ਹੈ ਕਿ ਆਪਾਂ ਚਿਹਰਿਆਂ ਪਿੱਛੇ ਭੱਜ ਰਹੇ ਹਾਂ। ਜੇ ਚਿਹਰੇ ਚਲੇ ਜਾਣਗੇ ਤੇ ਫਿਰ ਲੋਕ ਵੀ ਚਲੇ ਜਾਣਗੇ, ਡੈਮੋਕ੍ਰੇਸੀ ਵੀ ਚਲੇ ਜਾਏਗੀ, ਉਹ MLAਆਂ ਦੀ ਕੋਈ ਕਦਰ ਨਹੀਂ ਹੈਗੀ। ਮੈਨੂੰ ਲੱਗਦਾ ਕਿ ਆਪਾਂ ਚਿਹਰਿਆਂ ਦੀ ਰਾਜਨੀਤੀ ਥੱਲੇ ਵੋਟਰਾਂ ਨੂੰ ਵੀ, ਜਿਨ੍ਹਾਂ ਨੇ ਅਸਲ ਮਾਨਿਆਂ ਦੇ ਵਿੱਚ ਜਿਹਦੇ ਕਰਕੇ ਸਾਰਾ ਕੁਝ ਪ੍ਰਕਿਰਿਆ ਹੈ, ਉਹਨਾਂ ਨੂੰ ਵੀ ਛੁਟਿਆਉਂਦੇ, ਅਸੀਂ ਛੋਟੇ ਕਰਦੇ ਹਾਂ। ਔਰ MLAਆਂ ਨੂੰ ਵੀ ਅਸੀਂ ਸਮਝਦੇ ਉਹਨਾਂ ਦਾ ਕੀ ਹੈ ਵੀ ਇਹ ਤਾਂ ਚਿਹਰੇ ਕਰਕੇ ਹੀ ਸਾਰਾ, MLA ਵੀ ਸਾਰੇ ਉਹਦੇ ਕਰਕੇ ਬਣੇ, ਲੋਕਾਂ ਨੇ ਵੀ ਉਹਦੇ ਕਰਕੇ ਵੋਟਾਂ ਪਾਈਆਂ। ਇਹ ਬੰਦ ਹੋਣਾ ਚਾਹੀਦਾ। ਇਹ ਪੁਰਾਣੇ ਜਗੀਰੂ ਸੰਸਕਾਰਾਂ ਦੀ ਰਹਿੰਦ ਖੂੰਹਦ ਜਿਹੜੀ ਬਾਰ-ਬਾਰ ਅਸੀਂ ਅੱਗੇ ਲੈ ਆਉਂਦੇ ਹਾਂ ਕਿ ਇੱਕ ਬੰਦਾ ਜਿਹੜਾ ਉਹਨੂੰ ਖਰੀਦਣਾ ਸੌਖਾ ਜਾਂ ਪੂਰੀ ਇੱਕ ਟੀਮ ਨੂੰ ਖਰੀਦਣਾ ਸੌਖਾ। ਇਸੇ ਕਰਕੇ ਜਦੋਂ ਚਿਹਰਿਆਂ ਦੀ ਰਾਜਨੀਤੀ 'ਤੇ ਅਸੀਂ ਚੱਲਦੇ ਹੈਗੇ ਹਾਂ, ਹਾਲਾਂਕਿ ਇੱਕ ਬੜੀ ਰਸਮੀ ਜਿਹਾ ਬਣ ਗਿਆ ਕਿ ਜੇ ਚਿਹਰੇ ਨਹੀਂ ਤਾਂ ਪਾਰਟੀ ਨੂੰ ਲੀਡ ਕੌਣ ਕਰੂ। ਭਈ ਜੇ ਨਿਆਣਾ ਉਹਦੇ ਉਹਦਾ ਨਾਂ ਨਹੀਂ ਰੱਖਿਆ ਜਾਊ, ਵੀ ਕੋਈ ਹੈਗਾ ਵੀ ਜਿਹੜਾ ਬੱਚਾ ਹੋਵੇ ਘਰ 'ਚ ਤੇ ਉਹਦਾ ਨਾਂ ਹੀ ਨਾ ਰੱਖਿਆ ਜਾਵੇ, ਕੁਛ ਨਾ ਕੁਛ ਤਾਂ ਹੋਊ, ਭਾਵੇਂ ਨੰਬਰ ਹੀ ਰੱਖ ਲਓ 1 2 3। ਇਸ ਲਈ ਇਹ ਗੱਲ ਜਿਹੜੀ ਬੜੀ ਅਫਸੋਸਜਨਕ ਆ ਕਿ ਚਿਹਰਿਆਂ ਦੇ ਪਿੱਛੇ ਚੱਲਣ ਲੱਗ ਪੈਂਦੇ ਵੀ ਪਹਿਲਾਂ ਦੱਸੋ ਸਾਨੂੰ ਚੀਫ ਮਿਨਿਸਟਰ ਕਿਹੜਾ ਹੋਊਗਾ। ਕਿਉਂ? ਜਿਹੜੇ ਬਾਕੀ ਦੇ MLA ਜਿਹੜੇ ਚੁਣੇ ਜਾਣਗੇ, ਜਿਨ੍ਹਾਂ ਨੂੰ ਲੋਕਾਂ ਨੇ ਭੇਜੇ, ਕਿ ਉਹਨਾਂ ਦਾ ਤੁਸੀਂ ਪਹਿਲਾਂ ਹੀ ਦਰਵਾਜ਼ਾ ਬੰਦ ਕਰ ਦਿੰਦੇ ਆ? ਉਹਨਾਂ 'ਚ ਕੋਈ ਚੰਗਾ ਬੰਦਾ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਨਹੀਂ ਆਉਣਾ। ਕਿ ਜਿਹੜਾ ਪਹਿਲਾਂ ਚਿਹਰਾ ਅੱਗੇ ਲਾਊਗੇ, ਬਾਕੀ ਦੇ ਬੰਦਿਆਂ ਨੂੰ ਅਸੀਂ ਛੋਟੇ ਕਰਦੇ ਹਾਂ। ਔਰ ਸਾਡਾ ਇਹ ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ, ਇਹ ਮਾੜੀ ਗੱਲ ਹੈ, ਇੱਧਰ ਨੂੰ ਨਹੀਂ ਤੁਰਨਾ ਚਾਹੀਦਾ। ਰਹੀ ਗੱਲ ਕਿ ਹੁਣ ਚੰਨੀ ਤੇ ਜਿਵੇਂ ਭਗਵੰਤ ਮਾਨ ਕਿਵੇਂ ਬਣੇ, ਜਿੱਥੋਂ ਤੱਕ ਗੱਲ ਹੈ ਚੰਨੀ ਦੀ ਕਿਸਮਤ ਤੇਜ਼, ਮੈਂ ਤਾਂ ਕਹਿੰਦਾ। ਪਹਿਲਾਂ ਇਹ ਚੀਫ ਮਿਨਿਸਟਰ ਬਣ ਗਏ, ਕਿਸੇ ਨੂੰ ਯਾਦ ਚੇਤਾ ਨਹੀਂ ਸੀ, ਐਨ ਢੋਲ ਵਜਾਤੇ, ਸਾਡੇ ਵਰਗੇ ਵੀ ਵਿੱਚੇ ਸੀ, ਹੋਰ ਮੀਡੀਆ, ਲਓ ਜੀ ਪੂਰਾ ਨੰਨਾ ਧਰਿਆ ਗਿਆ ਸੁਨੀਲ ਜਾਖੜ ਦੇ ਪਿੱਛੇ। ਅਸੀਂ ਵੀ ਕਿਹਾ ਜੀ ਇਹ ਚੰਗੀ ਗੱਲ ਆ। ਕਾਰਨ ਉਹਦਾ ਇਹ ਦੱਸ ਰਹੇ ਸੀ ਅਸੀਂ ਵੀ ਬਥੇਰਾ ਹੁਣ ਜੱਟ ਸਿੱਖ ਜਾਂ ਹੋਰਨਾਂ ਨੇ ਕਰ ਲਿਆ ਵੀ ਜੇ ਆਪਾਂ ਸੱਚੀ ਮੁੱਚੀ ਸਮੁੱਚਾ ਪੰਜਾਬ ਤੇ ਪੰਜਾਬੀਅਤ ਦੀ ਅਹਿਮੀਅਤ ਸਮਝਦੇ ਹਾਂ ਤੇ ਪੰਜਾਬੀ ਤੇ ਸਾਡੇ ਹਿੰਦੂ ਭਾਈ ਵੀ ਹੈਗੇ ਆ, ਔਰ ਸਾਡੇ ਸਿੱਖ ਸੰਸਕਾਰਾਂ ਦੇ ਵਿੱਚ ਤੇ ਕੋਈ ਉਸ ਕਿਸਮ ਦੀ ਧਰਮ ਨੂੰ ਉਸ ਤਰ੍ਹਾਂ ਨਹੀਂ ਸਮਝਿਆ ਜਾਂਦਾ ਨਾ ਕਿ ਮੇਰਾ ਧਰਮ ਮੇਰਾ ਤੇ ਦੂਜੇ ਦਾ ਕੁਛ ਵੀ ਨਹੀਂ। ਅਸੀਂ ਤਾਂ ਸਰਬੱਤ ਦੇ ਧਰਮ ਦੀ ਬਰਾਬਰ ਦੀ ਇੱਜ਼ਤ ਕਰਦੇ ਹਾਂ, ਉਹੀ ਸਿੱਖੀ ਹੈਗੀ। ਅਤੇ ਇਸ ਕਰਕੇ ਸਾਨੂੰ ਤਾਂ ਬੜਾ ਚੰਗਾ ਲੱਗਦਾ ਸੀ ਵੀ ਜੇ ਸੁਨੀਲ ਜਾਖੜ ਨੂੰ ਮੌਕਾ ਮਿਲੇ, ਪਰ ਉੱਥੇ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ। ਉਹਨਾਂ ਨੇ ਹੋਰ ਹੀ ਛੜੱਪਾ ਮਾਰ ਕੇ ਇੱਕ ਸਟੈਪ ਉਹਦੇ ਤੋਂ ਵੀ ਅੱਗੇ ਲੈ ਗਏ ਕਿ ਜਿਹੜਾ ਕਦੇ ਯਾਦ ਚੇਤੇ ਹੀ ਨਹੀਂ ਸੀ ਲੋਕ। ਹਾਲਾਂਕਿ ਮੈਂ ਤੁਹਾਨੂੰ ਖੁਦ ਆਪਣਾ ਦੱਸਦਾ, 2 ਸਾਲ ਪਹਿਲਾਂ ਮੈਂ ਅਤੇ ਮੇਰਾ ਦੋਸਤ ਇੱਕ ਵਾਰੀ ਅਸੀਂ ਕਹੀਏ ਯਾਰ ਇਹ ਨਾਅਰਾ ਦਈਏ ਆਪਾਂ ਪੰਜਾਬ ਦੇ ਵਿੱਚ ਜਿਹੜਾ ਬੜਾ ਚੱਲੂਗਾ। ਸਾਡੇ ਮਨ 'ਚ ਵੀ ਫੁਰਦੇ ਰਹਿੰਦੇ ਕਿ ਇਸ ਵਾਰੀ ਦਲਿਤ ਚੀਫ ਮਿਨਿਸਟਰ ਅਤੇ ਔਰਤ ਡਿਪਟੀ ਚੀਫ ਮਿਨਿਸਟਰ, ਵੀ ਇਹਨਾਂ ਨੂੰ ਨਹੀਂ ਕਦੀ ਮੌਕਾ ਮਿਲਦਾ। ਜਿਉਂ ਹੀ ਚੰਨੀ ਸਾਹਿਬ ਨੂੰ ਮੌਕਾ ਮਿਲਿਆ, ਮੈਂ ਚੰਨੀ ਦੇ ਨਿੱਜੀ ਕਿਰਦਾਰ, ਕਰੈਕਟਰ, ਰਾਜਨੀਤਿਕ ਦੇ ਉੱਤੇ ਨਹੀਂ ਜਾਂਦਾ, ਜਾਂ ਉਹਨਾਂ ਦੀਆਂ ਕੋਈ ਕਰਪਸ਼ਨ ਹੈ, ਪੈਸੇ ਖਾ ਲਏ, ਰੇਤਾ ਖਾ ਗਿਆ, ਉਹਦੇ 'ਤੇ ਮੈਂ ਨਹੀਂ ਜਾ ਰਿਹਾ। ਮੈਂ ਉਹਨਾਂ ਦੇ ਸਮਾਜਿਕ ਔਰੀਜਨ 'ਤੇ ਜਾ ਰਿਹਾ ਕਿ ਜਿੱਥੋਂ ਉਹ ਨਿਕਲ ਕੇ ਜਿੰਨੀ ਛੇਤੀ ਉਹ ਚੀਫ ਮਿਨਿਸਟਰ ਦੀ ਉਸ ਕੁਰਸੀ 'ਤੇ ਬੈਠੇ ਜਿੱਥੇ ਕਦੀ ਕੈਪਟਨ ਅਮਰਿੰਦਰ ਸਿੰਘ ਰਾਜਿਆਂ ਮਹਾਰਾਜਿਆਂ ਦਾ ਜਿਹੜੀ ਸਾਈਨ ਸੀਗਾ, ਉਹਨਾਂ ਦਾ ਅੱਗੇ ਔਲਾਦ ਸੀ, ਉਹ ਉੱਥੇ ਬੈਠੇ ਸੀਗੇ, ਤਾਂ ਦਲਿਤਾਂ ਦਾ, ਪੰਜਾਬ ਦੇ ਦਲਿਤਾਂ ਦਾ ਅਤੇ ਪੰਜਾਬੀਅਤ ਦਾ ਅਤੇ ਸਿੱਖੀ ਦਾ ਕਿੰਨਾ ਸਿਰ ਉੱਚਾ ਹੁੰਦਾ ਕਿ ਸਾਡੀ ਧਰਤੀ ਦੇ ਉੱਤੇ ਨਿਓਟਿਆਂ ਦੀ ਓਟ ਗੁਰੂ, ਨਿਆਸਰਿਆਂ ਦਾ ਆਸਰਾ ਗੁਰੂ, ਅਤੇ ਇਹ ਪੰਜਾਬ ਉਹਨਾਂ ਨਿਓਟਿਆਂ ਨਿਆਸਰਿਆਂ ਨੂੰ ਤਾਜ ਪਹਿਨਾ ਸਕਦਾ। ਮੈਨੂੰ ਘੱਟੋ ਘੱਟ ਬਹੁਤ ਚੰਗਾ ਲੱਗਾ। ਹੁਣ
ਫੇਰ ਅਗਲੀ ਵਾਰ ਦਾ ਵੀ ਵਾਅਦਾ ਲੈ ਲਿਆ ਇਹਨੇ। ਉਹ ਜਾਣੀ ਬਥੇਰਾ ਸਿੱਧੂ ਸਾਹਿਬ ਨੇ ਵੀ ਜ਼ੋਰ ਲਾਇਆ। ਹੁਣ ਸਿੱਧੂ ਸਾਹਿਬ ਨੂੰ ਤਾਂ ਅਸੀਂ ਵੀ ਕਹਿੰਦੇ ਵੀ ਤੁਸੀਂ ਟੀਮ ਵਰਕ ਕਰਿਆ ਕਰੋ। ਉਹਨਾਂ ਦੇ ਸੁਭਾਅ ਦਾ ਇਹ ਹਿੱਸਾ ਨਹੀਂ ਹੈ। ਉਹਨਾਂ ਨੂੰ ਲੱਗਦਾ ਮੈਂ ਇਕੱਲਾ ਹੀ ਮਤਲਬ 10 ਬਲਦਾਂ ਤੋਂ ਨਾਲੋਂ ਵੀ ਤਕੜਾ ਮੈਂ ਇਕੱਲਾ ਹੀ ਹਾਥੀ ਹੈਗਾ, ਹਾਥੀ ਦੇ ਪੈਰਾਂ 'ਚ ਸਭ। ਉਹ ਗੱਲ ਸਾਡੇ ਵਰਗੇ ਵੋਟਾਂ ਵਾਲੇ ਸਿਸਟਮ 'ਚ ਨਹੀਂ ਬਣਦੀ। ਹੋਰ ਕਈ ਵੱਡੀਆਂ ਰੈਲੀਆਂ ਕਰ ਲੈਣੀਆਂ, ਉਹ ਕਰ ਲੈਣੀਆਂ, ਉਹ ਤਾਂ ਹੁੰਦਾ, ਉੱਥੋਂ ਹੀ ਉਹ ਮਾਰ ਖਾ ਗਏ। ਔਰ ਦੂਸਰਾ, ਜਿਸ ਸਮੁਦਾਇ ਨੂੰ ਉਹ ਬਿਲੋਂਗ ਕਰਦੇ ਆ, ਮੰਨ ਲਓ ਤੁਸੀਂ ਕਿ ਜੱਟ ਸਿੱਖ ਜਾਂ ਉਸ ਕਿਸਮ ਦਾ ਹੈਗਾ ਜੋ ਉਹਨਾਂ ਦੇ ਨਾਂ ਤੋਂ ਲੱਗਦਾ ਸਿੱਧੂ ਹੈ ਨਾ। ਅਤੇ ਇਸ ਵਾਰੀ ਲੋਕਾਂ ਦਾ ਮੂਡ ਹੀ ਹੋਰ ਸੈੱਟ ਹੋਇਆ ਸੀ। ਬੀਜੇਪੀ ਨੇ ਕਹਿ ਦਿੱਤਾ ਸੀਗਾ ਕਿ ਦੇਖੋ ਅਸੀਂ ਤਾਂ ਦਲਿਤ ਚੀਫ ਮਿਨਿਸਟਰ ਬਣਾਉਣਾ। ਅਕਾਲੀ ਦਲ ਨੇ ਮੈਂ 4 ਦਿਨ ਨਹੀਂ ਪੈਣ ਦਿੱਤੇ, ਕਹਿੰਦੇ ਅਸੀਂ ਫਿਰ ਡਿਪਟੀ ਚੀਫ ਮਿਨਿਸਟਰ ਤਾਂ ਬਣਾਵਾਂਗੇ। ਕੋਈ ਸਾਡੇ ਚੀਫ ਮਿਨਿਸਟਰ ਵਾਲੀ ਕੁਰਸੀ ਤਾਂ ਪਹਿਲਾਂ ਹੀ ਭਰੀ ਹੋਈ ਆ, ਉਹ ਖਾਲੀ ਨਹੀਂ ਹੈਗੀ, ਇਸ ਕਰਕੇ ਅਸੀਂ ਨਵੀਂ ਕੁਰਸੀ ਨਾਲ ਡਿਪਟੀ ਦੀ ਢਾਹ ਦਿਆਂਗੇ। ਇੱਧਰੋਂ ਨਵਾਂ ਪੱਤਾ ਖੇਡਿਆ ਗਿਆ ਜਾਂ ਖੇਡ ਦਿੱਤਾ ਕਾਂਗਰਸ ਨੇ, ਕਿਹਾ ਤੁਸੀਂ ਕਦੋਂ ਬਣਾਓਗੇ ਓਏ, ਅਸੀਂ ਅੱਜੇ ਬਣਾਉਂਦੇ ਹਾਂ। ਹੁਣ ਅਗਲੀ ਵੀ ਬੁੱਕ ਕਰਤੀ। ਇਹਦੇ ਨਾਲ ਵਿਰੋਧੀ ਪਾਰਟੀਆਂ ਨੂੰ ਖਾਸਾ ਹੀ ਹੱਥਾਂ ਪੈਰਾਂ ਦੀ ਪਈ ਹੈ ਗੱਲ। ਮੈਂ ਬਿਆਨ ਸੁਣ ਰਿਹਾ ਸੀ ਵਿਰੋਧੀ ਪਾਰਟੀਆਂ ਦੇ, ਉਹ ਥੋੜ੍ਹੇ ਜਿਹੇ ਬਖਲਾਹਟ ਵਾਲੇ ਸੀਗੇ, ਮੂੰਹਾਂ 'ਤੇ ਨਿਰਾਸ਼ਾ ਸੀ। ਰਹੀ ਗੱਲ ਭਗਵੰਤ ਮਾਨ ਦੀ, ਭਗਵੰਤ ਮਾਨ ਨੂੰ ਇੱਕ ਪੱਧਰ 'ਤੇ ਜਲੀਲ ਕੀਤਾ। ਅਸੀਂ ਮਹਿਸੂਸ ਕਰ ਰਹੇ ਹਾਂ, ਅਸੀਂ ਉਸ ਦੀ ਜਲਾਲਤ ਨੂੰ ਆਪਣੀ ਜਲਾਲਤ ਵੀ ਸਮਝਦੇ ਹਾਂ, ਕਿਉਂਕਿ ਘੱਟੋ ਘੱਟ ਉਹ ਪੰਜਾਬੀਆਂ ਦਾ ਇੱਕ ਚਿਹਰਾ ਹੈਗਾ। ਦੇਖੋ ਇੱਕ ਕ੍ਰੀਏਟਿਵ ਲੜਾਕੂ ਬੰਦਾ, ਮੈਂ ਕਦੀ ਉਹਦੀ ਬਦਖੋਈ ਨਹੀਂ ਕੀਤੀ। ਲੋਕ 20 ਕਿਸਮ ਦੀਆਂ ਉਂਝਾਂ ਲਾਉਂਦੇ ਆ, ਫਲਾਨਾ ਟਮਕਾਣਾ ਵੀ ਆਹ ਕੀਤਾ ਉਹ ਕੀਤਾ, ਉਹ ਸਾਰਿਆਂ ਦਾ ਉਹਦਾ ਕੋਈ ਮੇਰਾ ਨਿੱਜੀ ਕਿਸੇ ਦੇ ਉਹ ਕਰੈਕਟਰ ਅਸੈਸੀਨੇਸ਼ਨ ਦਾ ਕਦੀ ਕੋਈ ਮਤਲਬ ਨਹੀਂ ਹੈਗਾ। ਪਰ ਇਹ ਬੰਦੇ ਧਮਖਮ ਕਿਉਂ ਨਹੀਂ ਦਿਖਾਉਂਦੇ ਉਹਨੂੰ, ਦਿੱਲੀ ਵਾਲਿਆਂ ਨੂੰ? 24 ਘੰਟੇ ਉਹਦੀ ਚਾਪਲੂਸੀ, ਉਹਦੇ ਐਨ ਪਤਾ ਨਹੀਂ ਕੀ ਉਹਨੇ ਇਹਨਾਂ ਦੇ ਸਿਰ 'ਚ ਸਵਾਹ ਧੂੜੀ ਹੋਈ ਆ, ਜਾਂ ਇਹਨਾਂ ਦਾ ਹੀ ਡੰਗ ਕੱਢ ਦਿੱਤਾ ਹੈ ਕਿ ਇਹਨਾਂ ਕੋਲ ਕਦੀ ਸਿਰ ਚੁੱਕ ਕੇ ਲੜਿਆ ਹੀ ਨਹੀਂ ਜਾਂਦਾ। ਮਾੜਾ ਜਿਹਾ ਸੁਖਪਾਲ ਖਹਿਰੇ ਨੇ ਕੀਤਾ ਸੀ ਇੱਕ ਵਾਰੀ, ਤਾਂ ਪਰ ਉਹਨੂੰ ਛੱਡਿਆ ਹੀ ਨਹੀਂ, ਉਹਨੇ ਚੱਕ ਕੇ ਪਰਾਂ ਮਾਰਿਆ ਨਾ। ਮੈਂ ਮੌਕਾ ਤਾੜ ਕੇ ਐਨ ਕਰਤਾ ਲੱਗ। ਇਸ ਲਈ ਮੈਨੂੰ ਇਹ ਜਿਹੜਾ ਉਹਨਾਂ ਨੂੰ ਲੇਟ ਬਣਾਉਣਾ ਇੰਨਾ, ਉਹਦਾ ਉਹਨਾਂ ਦੀ ਕਾਰਵਾਈ ਤਾਂ ਇਸ ਕਰਕੇ ਸੀ ਵੀ ਉਹ ਕਿਤੋਂ ਲੱਭ ਕੇ ਬਾਹਰੋਂ ਹੋਰ ਲਿਆਉਣਾ ਚਾਹੁੰਦੀ ਸੀ, ਇਹਨੂੰ ਡਾਊਨ ਕਰਨਾ ਚਾਹੁੰਦੇ। ਇਹਨੂੰ ਪਤਾ ਸੀ ਇਹ ਤਾਂ ਜਦੋਂ ਹੁਣ ਕੋਈ ਉਹਦੇ ਹੱਥ ਹੋਰ ਲੱਗਾ ਹੀ ਨਹੀਂ ਇੱਧਰੋਂ ਉੱਧਰੋਂ, ਨਾ ਦੇਸ਼ 'ਚੋਂ ਨਾ ਵਿਦੇਸ਼ 'ਚੋਂ, ਤਾਂ ਫਾਈਨਲੀ ਉਹਨਾਂ ਨੇ ਕਿਹਾ ਵੀ ਚਲੋ ਪਾਰਟੀ ਦੇ ਵਿੱਚ ਵਾਅਦਾ ਕੀਤਾ ਹੋਇਆ ਸੀ ਕਿ ਅਸੀਂ ਕੋਈ ਸਿੱਖ ਚਿਹਰਾ ਦੇਵਾਂਗੇ। ਇਹ ਵੀ ਇੱਕ ਉਹੋ ਜਿਹੀ ਗੱਲ ਆ ਜਿਹੜੀ ਧਰਮ ਦੀ, ਜਿਹੜੇ ਕਹਿੰਦੇ ਮੈਂ ਨਹੀਂ ਧਰਮ ਦੀ, ਮੈਂ ਬੜਾ ਸੈਕੂਲਰ ਹੈ, ਧਰਮ ਦੀ ਇਹਦੇ 'ਚ ਬਿਲਕੁਲ ਟੋਨ ਸੀਗੀ ਕਿ ਸਿੱਖ ਚਿਹਰਾ ਲੈ ਕੇ, ਕਿਉਂਕਿ ਸਿੱਖ ਮੈਜੋਰਿਟੀ ਸਟੇਟ ਆ। ਉੱਥੇ ਉੱਤਰਾਖੰਡ 'ਚ ਜਾਂਦਾ ਜਾ ਕੇ ਕੇਜਰੀਵਾਲ ਕਹਿੰਦਾ ਕਿ ਮੈਂ ਇਹਨੂੰ ਸਾਰੇ ਦੁਨੀਆ ਦੇ ਹਿੰਦੂਆਂ ਦਾ ਡੈਸਟੀਨੇਸ਼ਨ, ਇਹਨੂੰ ਜਾਣੀ ਕਹਿੰਦੇ ਆ ਪਿਲਗ੍ਰੀਮੇਜ ਟੂਰਿਜ਼ਮ, ਉਸ ਕਿਸਮ ਦਾ ਬਣਾਊਂਗਾ ਕਿ ਇੱਥੇ ਟੂਰਿਸਟ ਆਉਣਗੇ ਇਸ ਨੂੰ ਦੇਖਣ ਲਈ ਕਿ ਹਿੰਦੂਆਂ ਦੀ ਇੱਕ ਧਰਤੀ ਦੀ ਕੈਪੀਟਲ, ਉਹਦਾ ਇੱਕ ਵਧੀਆ ਇਹ ਸਥਾਨ ਬਣੂਗਾ। ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ। ਇਹ ਰੱਬ ਹੀ ਬਚਾਏ ਇਹੋ ਜਿਹੇ ਸਾਡੇ ਕੋਲ। ਇਹ ਜਿਹੜਾ ਸਾਡੇ ਪੰਜਾਬੀਆਂ ਨੂੰ ਤਾਂ ਮੈਨੂੰ ਲੱਗਦਾ ਸਮਝ ਆਉਣਾ ਚਾਹੀਦਾ ਕਿ ਕੇਜਰੀਵਾਲ ਵਰਗਾ ਬੰਦਾ ਜਿਹੜਾ ਬਿਲਕੁਲ ਜਾਣੀ ਜਿਹਦੀਆਂ ਕਈ ਪਰਤਾਂ ਚਲਾਕੀ ਦੀਆਂ, ਉਹਨੂੰ ਆਪਾਂ ਤਾਂ ਘੱਟੋ ਘੱਟ ਨਹੀਂ ਫੜ ਸਕਦੇ, ਪਰ ਇਹਨਾਂ ਸਿਆਣੇ ਬੰਦਿਆਂ ਨੂੰ ਜਿਹੜੇ ਬਾਕੀ ਦੇ ਬੰਦੇ ਅੰਦਰ ਬੈਠੇ ਆ ਭਗਵੰਤ ਮਾਨ ਵਰਗੇ, ਉਹਨਾਂ ਨੂੰ ਕਿਤੇ ਨਾ ਕਿਤੇ ਤੋਂ ਉਹਨੂੰ ਸਵਾਲ ਕਰਨਾ ਚਾਹੀਦਾ। ਇਸ ਤੋਂ ਪਹਿਲਾਂ ਕਿ SSM 'ਤੇ ਆਈਏ, ਮੇਰਾ ਇੱਕ ਹੋਰ ਸਵਾਲ ਹੈ, ਇਹਦੇ ਨਾਲ ਹੀ ਰਲਦਾ ਮਿਲਦਾ ਕਹਿ ਲਓ ਕਿ ਜਿਵੇਂ ਦੀ ਅੱਜ ਅਸੀਂ ਗੱਲਾਂ ਕਰ ਰਹੇ ਹਾਂ ਇਸ ਇਲੈਕਸ਼ਨ 'ਚ, ਪੰਜਾਬ ਦੀ ਪੋਲੀਟੀਕਲ ਸ਼ਿਫਟ ਜਿਹੜੀ ਆ ਰਹੀ ਹੈ, ਪਹਿਲੀ ਗੱਲ ਤਾਂ ਇਹ ਕਿ ਹਮੇਸ਼ਾ ਇੱਕ ਅੰਡਰ ਕਰੰਟ ਰਿਹਾ ਹੈ। ਸਿੱਖ ਮੈਜੋਰਿਟੀਆਂ, ਉਹਨੂੰ ਇਲੈਕਸ਼ਨ 'ਚ ਵਰਤਿਆ ਨਹੀਂ ਗਿਆ। ਜੱਟ ਸਿੱਖ ਹਮੇਸ਼ਾ ਤੋਂ ਕੰਟਰੋਲ ਕਰਦੇ ਰਹੇ ਇਲੈਕਸ਼ਨ, ਇਹਨੂੰ ਕਦੀ ਸਾਹਮਣੇ ਨਹੀਂ ਲਿਆਂਦਾ ਗਿਆ। ਮਾਲਵਾ ਮਾਝਾ ਦੁਆਬਾ ਕਿਸ ਤਰ੍ਹਾਂ ਡਿਵਾਈਡ ਹੁੰਦੀਆਂ ਵੋਟਸ, ਅਸੀਂ ਇਹਦੀ ਖੁੱਲ੍ਹ ਕੇ ਗੱਲ ਨਹੀਂ ਸੀ ਕਰ ਰਹੇ, ਅੰਡਰ ਕਰੰਟ ਸੀਗੇ। ਹੁਣ ਬਹੁਤ ਹੱਦ ਤੱਕ ਇਹ ਪੋਲਰਾਈਜੇਸ਼ਨ ਸ਼ਰੇਆਮ ਦੇਖਣ ਨੂੰ ਮਿਲ ਰਹੀ ਹੈ। ਚਾਹੇ ਉਹ ਦਲਿਤ CM, ਉਹਨੂੰ ਦਲਿਤ CM ਬਾਰ-ਬਾਰ ਕਹਿਣਾ, ਕਾਂਗਰਸ ਦੇ ਵੱਲੋਂ ਆਪ ਕਹਿਣਾ, ਬਾਰ-ਬਾਰ ਹਿੰਦੂ ਫੇਸ, ਸਿੱਖ ਫੇਸ, ਜਿਹੜੀ ਇਸ ਤੋਂ ਪਹਿਲਾਂ ਡਾਇਰੈਕਟ ਗੱਲ ਕਦੀ ਨਹੀਂ ਸੀ ਹੋਈ। ਆਹ ਜਿਹੜੀ ਚੇਂਜਸ ਆ ਰਹੀਆਂ ਨੇ ਪੰਜਾਬ ਦੀ ਹੀ ਸਿਰਫ ਜੇ ਗੱਲ ਕਰੀਏ, ਵੈਸੇ ਦੇਸ਼ 'ਚ ਵੀ ਆ ਰਹੀ ਹੈ, ਪਰ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਅਤੇ ਲੌਂਗ ਟਰਮ 'ਚ ਤੁਹਾਨੂੰ ਕੀ ਲੱਗਦਾ ਇਸ ਟਾਈਪ ਦੀ ਪੋਲਰਾਈਜੇਸ਼ਨ ਕੀ ਇਹਦਾ ਕੋਈ ਨੁਕਸਾਨ ਹੋ ਸਕਦਾ? ਇਹ ਜਦੋਂ ਦੀ ਕੇਂਦਰ 'ਚ BJP ਦੀ ਸਰਕਾਰ ਆਈ ਆ, ਉਹ ਬੰਦਿਆਂ ਨੂੰ ਬੰਦੇ ਨਹੀਂ ਸਮਝਦੇ, ਬੰਦਿਆਂ ਨੂੰ ਜਾਤਾਂ ਵਾਲੇ ਘੋੜੇ ਸਮਝਦੇ ਆ ਜਾਂ ਗਧੇ ਸਮਝਦੇ ਆ, ਅਤੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਛਾਂਟੇ ਮਾਰ ਕੇ ਅੱਗੇ ਲਾਉਂਦੇ ਆ। UP ਦੇ ਵਿੱਚ ਬੜੀ ਦੇਰ ਦਾ ਇਹੀ ਸੀ, ਬਿਹਾਰ ਦੇ ਵਿੱਚ, ਮੱਧ ਪ੍ਰਦੇਸ਼, ਬਾਕੀ ਦੇਸ਼ 'ਚ ਜਿਹਨੂੰ ਕੌ ਬੈਲਟ ਕਹਿੰਦੇ, ਹਿੰਦੀ ਬੈਲਟ ਕਹਿੰਦੇ ਆ, ਉਹ ਕਾਫੀ ਇਹ ਪਾਪੂਲਰ ਹੈਗਾ। ਤਾਂ ਪੰਜਾਬ ਦੇ ਅੰਦਰ ਇਹ ਜਾਤਾਂ ਤਾਂ ਹੈਗੀਆਂ, ਧਰਮ ਵੀ ਹੈਗਾ, ਪਰ ਨਾ ਜਾਤੀਗਤ ਇੰਨੀ ਨਫ਼ਰਤ ਤੇਜ਼ ਆ, ਪਾੜਾ ਨਹੀਂ ਹੈਗਾ ਆਪਸ ਵਿੱਚ।
ਵਿਤਕਰੇ ਹੈਗੇ ਆ, ਡਿਸਕ੍ਰਿਮੀਨੇਸ਼ਨ ਤੇ ਹੈਗੀ ਆ, ਪਰ ਪਾੜਾ ਹੋਣਾ, ਨਫ਼ਰਤ ਹੋਣੀ ਕਿ ਇਹਨੂੰ ਮੈਂ ਭਿੱਟ ਜਾਊਗਾ, ਇਹਨੂੰ ਮੈਂ ਚੌਂਕੇ ਨਹੀਂ ਚੜ੍ਹਨ ਦੇਣਾ, ਇਹਨੂੰ ਇਸ ਤਰ੍ਹਾਂ ਦਾ ਨਹੀਂ ਹੈ ਵੀ ਜੇ ਕੋਈ ਦਲਿਤ ਕਾਰ 'ਤੇ ਜਾਣੀ ਚੜ੍ਹ ਕੇ ਆ ਜਾਏ ਜਾਂ ਘੋੜੀ 'ਤੇ ਚੜ੍ਹ ਕੇ ਵਿਆਹ ਕਰਾਉਣਾ ਜੇ ਤੇ ਦੂਜੇ ਉਹਨੂੰ ਡਾਂਗਾ ਨਾਲ ਕੁੱਟਣ ਆ ਜਾਣ, ਇਹੋ ਜਿਹਾ ਤਾਂ ਕਦੀ ਤੁਸੀਂ ਪੰਜਾਬ 'ਚ ਨਹੀਂ ਸੋਚ ਸਕਦੇ। ਘੱਟੋ ਘੱਟ ਮੈਂ ਤਾਂ ਕਦੀ ਇਮੈਜਨ ਨਹੀਂ ਕਰ ਸਕਦਾ। ਕੱਲ੍ਹ ਨੂੰ ਇਹ BJP ਵਾਲੇ ਇਹ ਵੀ ਇੱਥੇ ਕਰਾਉਣ ਲੱਗ ਜਾਣ, ਉਹ ਗੱਲ ਲੱਗ ਗਿਆ। ਜਦੋਂ ਦੀ ਇਹ ਕੇਂਦਰ 'ਚ ਇਸ ਕਿਸਮ ਦੀ ਮਾਨਸਿਕਤਾ ਵਾਲੀ ਲੀਡਰਸ਼ਿਪ ਆਈ ਹੈ ਅਤੇ ਉਹਨਾਂ ਨੇ ਇਹੋ ਜਿਹੇ ਜਾਤੀਗਤ ਅਤੇ ਧਰਮ ਦੇ ਵਖਰੇਵਿਆਂ ਨੂੰ ਆਧਾਰ ਬਣਾ ਕੇ ਅਤੇ ਵਿਕਾਸ ਦੀਆਂ ਗੱਲਾਂ ਆਪਣੇ ਕੀ ਦੇਸ਼ ਲਈ ਕੀਤਾ, ਕੀ ਕਰਨਾ, ਉਸ ਨੂੰ ਇੱਕ ਪਾਸੇ ਕੀਤਾ। ਇਹ ਇੱਕ ਸਸਤੀ ਅਤੇ ਸੌਖੀ ਰਾਜਨੀਤੀ ਹੈ ਜਿਹਦੇ ਵਿੱਚ ਸਮਾਜ ਲਗਾਤਾਰ ਕਮਜ਼ੋਰ ਹੋ ਰਿਹਾ, ਲੋਕ ਲਗਾਤਾਰ ਇੱਕ ਦੂਜੇ ਨਾਲ ਦੂਰ ਹਟ ਰਹੇ ਆ, ਇੱਕ ਦੂਜੇ ਨੂੰ ਨਫ਼ਰਤ ਕਰਨਾ ਸਿੱਖ ਰਹੇ ਆ। ਔਰ ਇਹਨਾਂ ਦੇ ਜਿਹੜਾ ਹਲਵਾ ਮੰਡਾ ਬਿਨਾਂ ਕੁਛ ਉਹਨਾਂ ਲਈ ਕੀਤਿਆਂ, ਬਿਨਾਂ ਉਹਨਾਂ ਨੂੰ ਸਖਤ ਕੀਤਿਆਂ, ਬਿਨਾਂ ਕੁਛ ਦਿੱਤਿਆਂ, ਇਹਨਾਂ ਦੀ ਰਾਜਨੀਤੀ ਪੂਰੀ ਭਖੀ ਹੋਈ ਹੈ। ਇਹ ਤਾਂ ਮੈਨੂੰ ਲੱਗਦਾ ਪੰਜਾਬ 'ਚ ਬਿਮਾਰੀ ਕਿਸੇ ਨਾ ਕਿਸੇ ਪੱਧਰ 'ਤੇ BJP ਵੱਲੋਂ ਇੱਥੇ ਫੈਲਾਈ ਜਾ ਰਹੀ ਹੈ, ਜਿਨ੍ਹਾਂ ਨੇ ਦਲਿਤ ਚੀਫ ਮਿਨਿਸਟਰ ਦਾ ਨਾਅਰਾ ਮਾਰਿਆ ਅਤੇ ਸਾਰੇ ਐਕਟਿਵ ਹੋ ਗਏ ਅਤੇ ਦਲਿਤ 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 ਹੋ ਗਈ। ਹਾਲਾਂਕਿ ਚਲੋ ਇਹ ਓਵਰਡਿਊ ਹੈ, ਕਰਨਾ ਚਾਹੀਦਾ ਹੈ, ਦਲਿਤਾਂ ਦਾ ਵੀ ਹੋਣਾ ਚਾਹੀਦਾ, ਕਿਉਂ ਨਹੀਂ ਉਹਨਾਂ ਦੀ ਹਿੱਸੇਦਾਰੀ ਹੋਣੀ ਚਾਹੀਦੀ। ਤੁਹਾਨੂੰ ਪਤਾ ਗਿਆਨੀ ਜੈਲ ਸਿੰਘ ਵੀ ਚੀਫ ਮਿਨਿਸਟਰ ਸੀ, ਇੱਥੇ ਹੋਰ ਵੀ ਕਈ ਕੰਬੋਜ ਮਿਨਿਸਟਰ ਰਹੇ ਹੋਏ, ਮੈਨੂੰ ਪਤਾ ਬਲਵੰਤ ਸਿੰਘ ਹੁਣੀ ਸੀਗੇ। ਇਸ ਤਰ੍ਹਾਂ ਇਹ ਨਹੀਂ ਕਿ ਵੀ ਇੱਥੇ ਧਰਮ ਨੂੰ ਕਿਤੇ ਉਂਝ ਦਬਾ ਕੇ ਰੱਖਿਆ ਗਿਆ, ਪਰ ਜੇ ਕਿਤੇ ਕੁਛ ਕਮਿਊਨਿਟੀਜ਼ ਲਗਾਤਾਰ ਆਪਣੇ ਆਪ ਨੂੰ ਦਰਕਿਨਾਰ ਸਮਝਦੀਆਂ ਕਿ ਸਾਨੂੰ ਸੈਂਟਰ ਦੇ ਵਿੱਚ ਨਹੀਂ ਦਿੱਤਾ ਗਿਆ, ਸਾਡੀ ਪੁੱਛਗਿੱਛ ਹੋਣੀ ਨਹੀਂ ਹੁੰਦੀ, ਉਹਨਾਂ ਨੂੰ ਡਿਲੀਬਰੇਟਲੀ ਮੌਕਾ ਦੇਣਾ ਚਾਹੀਦਾ, ਕਿਉਂ ਨਹੀਂ। ਜੇ ਨਹੀਂ ਹੋਵੇ ਤਾਂ ਉਹਨਾਂ ਨੂੰ ਲੈਣਾ ਚਾਹੀਦਾ, ਖੋਹ ਕੇ ਲੈਣਾ ਚਾਹੀਦਾ, ਇਹਦੇ 'ਚ ਕਿਹੜੀ ਗੱਲ ਆ। ਪਰ ਪੰਜਾਬ ਦੇ ਵਿੱਚ ਮੇਰਾ ਖਿਆਲ ਤੁਹਾਡਾ ਇਹ ਸਵਾਲ ਠੀਕ ਹੈ ਕਿ ਇਸ ਪੱਧਰ 'ਤੇ ਇਸ ਕਿਸਮ ਦੀਆਂ ਗਿਣਤੀਆਂ ਮਿਣਤੀਆਂ ਅਤੇ ਜਾਤਾਂ ਦੀਆਂ ਤਾਂ ਹੁੰਦੀਆਂ, ਪਰ ਉਸ ਨੂੰ ਪੋਲੀਟਿਕਸ ਦਾ ਜਾਂ ਇੱਥੇ ਕੰਪੇਨ ਦਾ ਆਧਾਰ ਬਣਾ ਕੇ ਚੱਲਣਾ, ਇਹ ਪਹਿਲਾਂ ਇੰਨਾ ਸਿੱਧੇ ਤੌਰ 'ਤੇ ਦੇਖਣ ਨੂੰ ਨਹੀਂ ਸੀ ਮਿਲਦਾ। ਪਰ ਤੁਸੀਂ ਕਹਿ ਰਹੇ ਹੋ BJP ਇਹ ਸਭ ਕਰ ਰਹੀ ਹੈ, BJP ਨਹੀਂ। ਮੇਰਾ ਸਵਾਲ ਇਹ ਹੈ ਕਿ ਇੰਨੀ ਪਾਰਟੀਆਂ ਨੇ ਪੰਜਾਬ 'ਚ ਤਾਂ ਇਸ ਵਾਰੀ 4 ਹੋਰ ਧਿਰਾਂ ਨੇ, ਹੋਰ ਸਟੇਟਸ ਵਿੱਚ ਕਈ ਬਹੁਤ ਸਟਰੋਂਗ ਪਾਰਟੀਆਂ ਨੇ, ਸਾਊਥ ਵਿੱਚ ਦੇਖ ਲਓ, ਵੈਸਟ ਬੰਗਾਲ 'ਚ ਦੇਖ ਲਓ, ਕਿ ਇਹ ਸਾਰੀਆਂ ਇੰਨੀਆਂ ਕਮਜ਼ੋਰ ਨੇ ਕਿ ਤੁਸੀਂ ਕਹਿ ਰਹੇ ਹੋ BJP ਚਾਹੁੰਦੀ ਹੈ ਪੋਲਰਾਈਜ਼ ਹੋਣਾ ਤੇ ਹੋ ਰਿਹਾ। ਦੇਖੋ ਪੁੱਠੇ ਪਾਸੇ ਨੂੰ ਗੱਲ ਲਿਜਾਣੀ ਬੜੀ ਸੌਖੀ ਹੁੰਦੀ ਆ ਅਤੇ ਲੋਕਾਂ ਨੂੰ ਪੁੱਠੇ ਜਿਲਤ 'ਚੋਂ ਜਾਂ ਜਹਾਲਤ 'ਚੋਂ ਕਿਸੇ ਦੁੱਖ ਤਕਲੀਫ 'ਚੋਂ ਕੱਢ ਕੇ ਦੁਬਾਰਾ ਇਨਸਾਨੀਅਤ ਦਾ ਰੂਪ ਦੇਣਾ ਜਾਂ ਸੁਚੱਜੇ ਸ਼ਹਿਰੀਆਂ ਦਾ ਰੂਪ ਦੇਣਾ, ਉਹ ਬੜਾ ਕਠਿਨ ਕੰਮ ਹੁੰਦਾ। ਨਿਆਣਿਆਂ ਨੂੰ ਜਿਵੇਂ ਕਹਿ ਲਓ ਘਰ 'ਚ ਵਿਗਾੜਨਾ ਬੜਾ ਸੌਖਾ, ਪਰ ਦੁਬਾਰਾ ਸੁਧਾਰਨਾ ਨਾਨੀ ਚੇਤੇ ਆ ਜਾਂਦੀ। ਇਹੀ ਹਾਲਤ ਸਮਾਜ ਦੀ ਹੈ। ਹੁਣ ਲੋਕਾਂ ਨੂੰ ਭੜਕਾ ਕੇ ਕਦੀ ਰਾਮ ਮੰਦਰ ਦਾ ਮਾਮਲਾ, ਕਦੀ ਜੈ ਸ਼੍ਰੀ ਰਾਮ, ਭਾਰਤ ਮਾਤਾ ਕੀ ਜੈ, ਮੁਸਲਮਾਨਾਂ ਦੀ ਬੇਇੱਜ਼ਤੀ, ਘੱਟ ਗਿਣਤੀਆਂ ਦਾ, ਕਸ਼ਮੀਰ ਦੇ ਮੁੱਦੇ ਨੂੰ ਬੜਾ ਹਵਾ ਦੇ ਕੇ ਅਤੇ ਬੜੇ ਮਾਣ ਨਾਲ ਕਹਿਣਾ ਕਿ ਅਸੀਂ ਇੰਝ ਕੀਤਾ, ਉਹਨਾਂ ਦੀ ਸਟੇਟ ਤੋੜਤੀ, ਯੂਨੀਅਨ ਟੈਰੀਟਰੀ ਬਣਾ ਦਿੱਤੀ। ਇਹ ਕਦੋਂ ਪਹਿਲਾਂ ਸੀਗਾ? ਕਦੀ ਕਿਸੇ ਨੇ ਸੋਚਿਆ ਸੀ? ਇਹ ਹੁਣੇ ਹੋਣ ਲੱਗਾ ਨਾ ਸਾਰਾ ਕੁਝ। ਅਤੇ ਇਸ ਕਿਸਮ ਦੇ ਜਿਹੜੇ ਮਸਲੇ ਹੈ, ਮੈਂ ਤਾਂ ਕਹਿੰਦਾ ਕਿ ਉਹਦੀ ਕੁੰਜੀ ਤਾਂ ਹੈਗੀ ਹੈ BJP ਕੋਲ ਹੀ। ਔਰ ਜੇ ਕੋਈ ਪਾਰਟੀ ਇਸ ਗੱਲ ਦਾ ਫੈਸਲਾ ਕਰ ਰਹੇ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਤਾਂ ਕੁਦਰਤੀ ਹੈ ਕਿ ਕੁਛ ਲੋਕ ਜਿਹੜੇ ਡੋਮੀਨੈਂਟ ਹਿੰਦੂਆਂ ਦੇ ਵਿੱਚ, ਇਹ ਸਾਰਿਆਂ ਦਾ ਹਿੰਦੂ ਰਾਸ਼ਟਰ ਤਾਂ ਬਣਿਆ ਹੀ ਪਿਆ। ਪਹਿਲਾਂ ਕਿਹੜਾ ਉੱਥੇ ਮੁਸਲਮਾਨਾਂ ਦਾ ਰਾਜ ਹੈ ਦਿੱਲੀ ਦੇ ਵਿੱਚ, ਜਾਂ ਸਿੱਖਾਂ ਦਾ ਰਾਜ ਆ, ਜਾਂ ਕਿਸੇ ਕ੍ਰਿਸਚੀਅਨ ਦਾ ਰਾਜ ਆ? ਹਿੰਦੂ ਹੀ ਰਾਜ ਆ, ਭਾਵੇਂ ਕਾਂਗਰਸ ਹੋਵੇ, ਭਾਵੇਂ BJP ਹੋਵੇ, ਭਾਵੇਂ ਕੋਈ ਵੀ ਹੋਵੇ। ਪਰ ਉਸ ਨੂੰ ਇੱਕ ਧਾਰਮਿਕ ਰੰਗਤ ਦੇ ਕੇ ਅਤੇ ਹਿੰਦੂਆਂ ਦੇ ਵਿੱਚ ਵੀ ਕੁਛ ਖਾਸ ਜਾਤੀਆਂ ਦਾ ਰਾਜ ਬਣਾਉਣਾ ਅਤੇ ਬਾਕੀ ਦਿਆਂ ਨੂੰ ਥੱਲੇ ਦਬਾ ਕੇ ਰੱਖਣਾ, ਜਾਂ ਉਹਨਾਂ ਨੂੰ ਸਿਸਟਮ ਦੇ ਵਿੱਚੋਂ ਛੋਟੇ ਸਿਟੀਜ਼ਨ ਜਾਂ ਦੂਜੇ ਦਰਜੇ ਦੇ ਸ਼ਹਿਰੀ ਬਣਾ ਕੇ ਰੱਖਣਾ, ਇਹ ਵਾਲੀ ਮਾਨਸਿਕਤਾ ਹੋਣੀ ਸ਼ੁਰੂ ਹੋਈ ਹੈ। ਇਹ ਖਤਰਨਾਕ ਆ ਔਰ ਇਹ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ 'ਚ ਇਹ ਬੜੀ ਵੱਡੀ ਲੜਾਈ ਬਣੂਗੀ। ਔਰ ਮੈਨੂੰ ਤਾਂ ਡਰ ਲੱਗਦਾ ਹਮੇਸ਼ਾ ਕਿ ਜੇ ਇਸੇ ਤਰ੍ਹਾਂ ਹੀ ਇਹ ਵਬਾ ਫੈਲਦੀ ਰਹੀ, ਇਸ ਰਾਜਨੀਤਿਕ ਕੈਂਸਰ ਵਾਂਗੂ ਇਹ ਫੈਲਦੀ ਰਹੀ, ਤਾਂ ਸਾਡਾ ਦੇਸ਼ ਇੰਨਾ ਕਮਜ਼ੋਰ ਹੋਊਗਾ, ਜਾਂ ਤਾਂ ਅਸੀਂ ਦੂਜਿਆਂ ਦੇ ਸਾਹਮਣੇ ਮੁਕਾਬਲੇ 'ਚ ਖੜੇ ਹੋਣ ਜੋਗੇ ਨਹੀਂ ਰਹਾਂਗੇ, ਜਾਂ ਇਸ ਨੂੰ ਦੇਸ਼ ਨੂੰ ਅਸੀਂ ਛੋਟੇ ਟੁਕੜਿਆਂ 'ਚ ਵੀ ਵੰਡ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ, ਜਿਹੜੀ ਨਵੀਂ ਕਿਸਮ ਦੀ ਸੋਚ ਅਤੇ ਨਵੀਂ ਕਿਸਮ ਦੀ ਪੋਲੀਟਿਕਸ ਆ ਰਹੀ ਆ, ਬਰਦਾਸ਼ਤ ਕਰਨ ਦਾ ਮਾਦਾ ਨਹੀਂ ਹੋਊਗਾ ਅਤੇ ਉਹ ਬਾਗੀ ਹੋਣਗੇ। ਤਾਂ ਕੁਦਰਤੀ ਆ ਕਿ ਉਹ ਫਿਰ ਇਸ ਗੱਲ ਦੀ ਕੇਂਦਰੀਕਰਨ ਦੀ ਹਰ ਕਿਸਮ ਨਾਲ ਵਿਰੋਧਤਾ ਕਰਕੇ ਵਿਕੇਂਦਰੀਕਰਨ ਨੂੰ ਪਸੰਦ ਕਰਨਗੇ, ਜਿੱਥੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਵੀ ਗੱਲ ਆਊਗੀ, ਉਹਨਾਂ ਸੱਭਿਆਚਾਰਾਂ ਦੀ ਵੀ ਗੱਲ ਆਊਗੀ। ਔਰ ਕੁਦਰਤੀ ਹੈ ਫਿਰ ਇਸ ਦੇਸ਼ ਨੂੰ, ਜਿਹੜਾ ਅਜੇ ਤੱਕ ਵਧੀਆ ਢੰਗ ਨਾਲ ਇਕੱਠਾ ਰੱਖਿਆ ਗਿਆ ਇੱਕ ਮੋਜ਼ੈਕ, ਇੱਕ ਗੁਲਦਸਤੇ ਵਾਂਗੂ, ਉਹ ਫਿਰ ਨਵੇਂ ਕੰਡਿਆਂ 'ਤੇ ਚੱਲਣਾ ਪਊਗਾ। ਨਵੇਂ ਕਿਸਮ ਦਾ ਇੱਕ ਕਮਜ਼ੋਰ, ਅਤੇ ਜਾਣੀ ਕਮਜ਼ੋਰ ਇਸ ਸੈਂਸ ਦੇ ਵਿੱਚ ਵੀ ਇਹ ਇਕੱਠਾ ਨਹੀਂ ਹੋਊਗਾ, ਪਰ ਜੇ ਉਹ ਵਾਕਿਆ ਹੀ ਇੱਕ ਸੰਘੀ ਢਾਂਚੇ ਦੇ ਤੌਰ 'ਤੇ ਸੂਬਿਆਂ ਨੂੰ ਮਜ਼ਬੂਤ ਕਰਕੇ ਚੱਲੇ, ਜੋ ਕਿ ਅਸੀਂ ਲਗਾਤਾਰ ਮੰਗ ਕਰਦੇ ਹਾਂ, ਤਾਂ ਇਹ ਫਿਰ ਦੇਸ਼ ਕਾਫੀ ਮਜ਼ਬੂਤ ਹੋ ਕੇ ਇਹਨਾਂ
ਜਿਹੜੀਆਂ ਬਲਾਮਤਾਂ ਇਹਨਾਂ ਤੋਂ ਛੁਟਕਾਰਾ ਪਾ ਕੇ ਅੱਗੇ ਵੱਧ ਸਕਦਾ। ਬੜੀ ਲੰਬੀ ਡਿਸਕਸ਼ਨ ਹੋ ਸਕਦੀ ਹੈ, ਪਰ ਮੈਂ ਪੰਜਾਬ ਤੇ ਮਨਜੀਤ ਸਿੰਘ ਤੇ ਐਸਐਸਐਮ ਤੇ ਆਉਣਾ ਚਾਹੁੰਦਾ ਹੁਣ। ਤੁਸੀਂ ਬਹੁਤ ਵੋਕਲ ਰਹੇ ਹੋ ਪਹਿਲਾਂ ਵੀ, ਇਹ 'ਚ ਕੋਈ ਸ਼ੱਕ ਨਹੀਂ ਹੈ, ਪੋਲੀਟੀਕਲੀ ਵੀ, ਪਰ ਕੀ ਇਹ ਕਹਿਣਾ ਠੀਕ ਹੋਏਗਾ ਕਿ ਤੁਸੀਂ, ਜੇ ਮੈਂ ਇਸ ਤੋਂ ਪਹਿਲਾਂ ਦੇਖਾਂ, ਇਸ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਲੈਫਟ ਲੀਨਿੰਗ ਰਹੇ ਹੋ? ਦੇਖੋ, ਕਿਸੇ ਵੇਲੇ ਯੰਗ ਏਜ ਦੇ ਵਿੱਚ ਮੈਨੂੰ ਹੁਣ ਉਹ ਪੋਲੀਟੀਸ਼ੀਅਨ ਦਾ ਤਾਂ ਨਾਂ ਭੁੱਲ ਗਿਆ, ਉਹਨੇ ਪਾਰਲੀਮੈਂਟ 'ਚ ਇੱਕ ਵਾਰੀ ਕਿਹਾ ਸੀ, ਕਾਂਗਰਸ ਦਾ ਸ਼ਾਇਦ ਪੋਲੀਟੀਸ਼ੀਅਨ ਸੀ, ਮੈਨੂੰ ਨਾਂ ਭੁੱਲ ਗਿਆ। ਉਹ ਕਹਿੰਦਾ ਸੀ ਜਿਹੜਾ 25 ਸਾਲ ਦੀ ਉਮਰ ਤੱਕ ਲੈਫਟ ਨਹੀਂ ਰਿਹਾ ਤੇ ਉਹਨੇ ਵੀ ਕੁਛ ਨਹੀਂ ਦੇਖਿਆ। ਕਹਿੰਦਾ ਜਿਹੜਾ 25 ਸਾਲ ਤੋਂ ਬਾਅਦ ਰਿਹਾ ਉਹਨੇ ਵੀ ਕੁਛ ਨਹੀਂ ਦੇਖਿਆ। ਅਤੇ ਅਸੀਂ ਉਹ ਇਸ ਕੈਟੇਗਰੀ 'ਚ ਸੀ ਜਦੋਂ ਅਸੀਂ ਉਦੋਂ ਸਟੂਡੈਂਟ ਸੀ ਜਦੋਂ ਸਾਰਾ ਪੰਜਾਬ ਇੱਕ ਲੈਫਟ ਲੀਨਿੰਗ ਵਾਲਾ ਯੂਥ ਸੀਗਾ, ਅਤੇ ਕੁਦਰਤੀ ਅਸੀਂ ਉਹਨਾਂ ਨੂੰ ਪੜ੍ਹਿਆ ਵੀ, ਸਮਝਿਆ ਵੀ, ਅਤੇ ਉਹਨਾਂ 'ਚ ਵਿਚਰੇ ਵੀ, ਅਤੇ ਬਹੁਤ ਕੁਝ ਸਿੱਖਿਆ ਵੀ। ਪਰ ਇਸ ਗੱਲ ਦਾ ਵੀ ਹੈ ਕਿ ਅਸੀਂ ਉਹਨਾਂ ਨੂੰ ਚੰਬੜੇ ਨਹੀਂ ਰਹੇ, ਨਾ ਉਹਨਾਂ ਨੂੰ ਉਸ ਤਰੀਕੇ ਨਾਲ ਆਪਣੇ ਨਾਲ ਚੰਬੜੇ ਰਹਿਣ ਦਿੱਤਾ। ਕਿਉਂਕਿ ਤੁਸੀਂ ਜਦੋਂ ਬਾਕਡਾਊਨ ਹੋ ਜਾਂਦੇ ਆ, ਘੋੜੇ ਵਾਂਗੂ ਆਪਣੇ ਉਹ ਬਲਿੰਕਰ ਪਹਿਨ ਕੇ ਚੱਲਦੇ ਆ, ਤਾਂ ਫਿਰ ਬਹੁਤ ਸਾਰੀ ਜ਼ਿੰਦਗੀ ਦੀ ਰਿਐਲਿਟੀ ਤੋਂ ਵਿਰਵੇ ਰਹਿ ਜਾਂਦੇ ਆ। ਅਤੇ ਆਪਣੇ ਆਪਣੇ ਵਿਚਾਰ ਆ, ਕਿਸੇ ਦੇ ਲੈਫਟ ਆ, ਕਿਸੇ ਦੇ ਰਾਈਟ ਆ, ਕਿਸੇ ਦੇ ਸੈਂਟਰ ਆ, ਪਰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਜਾਂ ਉੱਥੇ ਸਾਨੂੰ ਮਾਰਗ ਦਰਸ਼ਨ ਸਾਡਾ ਕੀਤਾ ਹੈ ਕਿ ਮਨਵਾਦੀ ਹੋਣਾ ਸਭ ਤੋਂ ਜ਼ਰੂਰੀ ਹੈ। ਤੁਹਾਡੀ ਵਿਚਾਰਧਾਰਾ ਕੋਈ ਹੋਵੇ, ਧਰਮ ਕੋਈ ਹੋਵੇ, ਜਾਤ ਕੋਈ ਹੋਵੇ, ਘੱਟੋ ਘੱਟ ਸਾਨੂੰ ਇੱਕ ਰੱਬ ਨੇ, ਇਸ ਕੁਦਰਤ ਨੇ ਇਨਸਾਨ ਬਣਾਇਆ, ਅਤੇ ਪਹਿਲਾਂ ਆਪਾਂ ਇਨਸਾਨ ਤਾਂ ਹੋਈਏ, ਉਦੋਂ ਬਾਅਦ ਕੁਛ ਵੀ ਹੋ। ਬਹੁਤ ਸਾਰੇ ਧਰਮ ਜਾਂ ਆਈਡੀਆਲੋਜੀਜ਼ ਕਈ ਵਾਰੀ ਸਾਨੂੰ ਇਨਸਾਨ ਤੋਂ ਹਟਾ ਕੇ ਹੈਵਾਨਾਂ ਵੱਲ ਜ਼ਿਆਦਾ ਲੈ ਜਾਂਦੇ ਆ, ਉੱਥੇ ਸਾਨੂੰ ਦੁੱਖ ਹੁੰਦਾ, ਉੱਥੋਂ ਅਸੀਂ ਅਲੱਗ ਵੀ ਰਹਿੰਦੇ ਹਾਂ। ਠੀਕ ਹੈ, ਪਰ ਹੁਣ ਇੱਕ ਪਾਰਟੀ ਨਾਲ ਜੁੜਨਾ, ਅਤੇ ਮੰਨਿਆ ਕਿ ਕਿਸਾਨੀ ਮੋਰਚੇ ਨਾਲ ਤੁਹਾਡੀ ਹਮਦਰਦੀ ਹੋ ਸਕਦੀ ਹੈ, ਲੇਕਿਨ ਸੰਯੁਕਤ ਸਮਾਜ ਮੋਰਚਾ ਐਜ਼ ਅ ਪੋਲੀਟੀਕਲ ਪਾਰਟੀ, ਇਹਦੇ ਨਾਲ ਜੁੜਨਾ, ਕੀ ਤੁਹਾਨੂੰ ਇੰਨਾ ਬਿਲੀਫ ਹੈ ਕਿ ਇੱਕ ਇੰਨੀ ਅੱਛੀ ਪ੍ਰੋਗਰੈਸਿਵ ਅਤੇ ਪੰਜਾਬ ਸੂਬੇ ਲਈ ਅੱਛੀ ਪੋਲੀਟੀਕਲ ਪਾਰਟੀ ਹੋ ਸਕਦੀ ਹੈ? ਦੇਖੋ, ਅਜੇ ਤਾਂ ਇਨਫੈਂਟ ਸਟੇਜ 'ਤੇ ਆ, ਅਜੇ ਤਾਂ ਸ਼ੁਰੂਆਤ ਹੋਈ ਹੈ। ਪਾਰਟੀ ਕਦੋਂ ਬਣੀ ਆ? ਅਜੇ 15-20 ਦਿਨ ਹੀ ਹੋਏ ਹੋਣੇ ਆ ਬਸ। ਜਿਉਂ ਹੀ ਇਲੈਕਸ਼ਨ ਹੋਈ, ਦੇਖੋ ਇੱਕ ਗੱਲ ਇਹਦੇ 'ਚ ਸਾਰੀ ਗੱਲ 'ਚ ਦੇਖਣ ਵਾਲੀ, ਜਿਹੜੇ ਬਹੁਤ ਸਾਰੇ ਮੈਨੂੰ ਬਾਰ-ਬਾਰ ਮੀਡੀਆ ਵਾਲੇ ਸਵਾਲ ਕਰਦੇ, ਤੁਹਾਡੇ ਵੀ ਅਤੇ ਸਾਡੇ ਸਰੋਤਿਆਂ ਦੇ ਸਮਝਣ ਵਾਲੀ ਆ। ਰਾਜੇਵਾਲ ਦੀ ਜਿਹੜੀ ਦਿਆਨਤਦਾਰੀ ਅਤੇ ਇਮਾਨਦਾਰੀ ਮੂਵਮੈਂਟ ਦੇ ਪ੍ਰਤੀ ਅਤੇ ਕਿਸਾਨੀ ਦੇ ਮੁੱਦਿਆਂ ਪ੍ਰਤੀ ਇਸ ਸੰਘਰਸ਼ ਵਿੱਚ ਪਰਖੀ ਗਈ। ਅਸੀਂ ਅਤੇ ਬਹੁਤ ਸਾਰੇ ਹੋਰ ਸੱਜਣ ਉਹਦੇ 'ਚ ਲਗਾਤਾਰ ਰਾਜੇਵਾਲ ਨੂੰ ਕਹਿੰਦੇ ਸੀਗੇ ਕਿ ਪ੍ਰਧਾਨ ਜੀ ਤੁਸੀਂ ਮੋਰਚੇ ਦੇ ਚਿਹਰੇ ਆ। ਇਹ ਤਾਂ ਪਤਾ ਹੀ ਹੈ ਸਾਨੂੰ ਕਾਫੀ, ਉਹ ਪੰਜਾਬ ਦੇ ਮੋਰਚੇ ਦੇ ਤਾਂ ਘੱਟੋ ਘੱਟ ਰਾਜੇਵਾਲ ਚਿਹਰੇ ਦੇ ਤੌਰ 'ਤੇ ਸਮੁੱਚੀ ਮੂਵਮੈਂਟ ਦੇ ਵਿੱਚ ਵੀ ਰਕੇਸ਼ ਟਕੈਤ ਹੋਏ, ਇਹ ਹੋਏ। ਮੈਂ ਹੋਰ ਲੀਡਰਾਂ ਨੂੰ ਛੁਟਿਆ ਨਹੀਂ ਰਿਹਾ, ਜੋਗਿੰਦਰ ਅਗਰਾਹਾਂ ਬੜੇ ਵੱਡੇ ਲੀਡਰ, ਹੋਰ ਵੀ ਸਾਰੇ ਲੀਡਰ ਹੈ, ਸਾਰੇ ਆਪਣੇ ਆਪਣੀ ਜਗ੍ਹਾ ਹੈਗੇ, ਪਰ ਇਹ ਇੱਕ ਵੱਡੇ ਚਿਹਰੇ ਦੇ ਤੌਰ 'ਤੇ ਇਹ ਵੀ ਅਮਰਜ ਹੋਏ। ਅਸੀਂ ਇਹਨਾਂ ਨੂੰ ਕਹਿੰਦੇ ਸੀ ਵੀ ਦੇਖੋ, ਤੁਸੀਂ ਜੇ ਇਲੈਕਸ਼ਨਾਂ 'ਤੇ ਆਉਣੀਆਂ ਉਹ ਤਾਂ ਪੋਸਟਪੋਨ ਹੋਣੀਆਂ ਨਹੀਂ, ਜੇ ਤੁਹਾਡੇ ਮਨ ਵਿੱਚ ਆ ਤਾਂ ਆਪਾਂ ਕੁਛ ਕਰੀਏ। ਉਹਨਾਂ ਨੇ ਕਿਹਾ ਵੀ ਦੇਖੋ, ਮਨ ਵਿੱਚ ਹੋਣਾ, ਨਾ ਮਨ ਵਿੱਚ ਹੋਣਾ, ਲਗਾਤਾਰ ਮੀਟਿੰਗਾਂ 'ਚ ਪ੍ਰਾਈਵੇਟ ਕਮਰਿਆਂ 'ਚ ਹੁੰਦੀਆਂ ਰਹੀਆਂ, ਮੈਂ ਰਿਪੋਰਟ ਕਰ ਰਿਹਾ ਪਬਲਿਕਲੀ। ਉਹਨਾਂ ਕਿਹਾ ਇੱਕ ਗੱਲ ਤੁਸੀਂ ਸਮਝ ਲਓ, ਮਨ ਨੂੰ ਛੱਡੋ ਤੁਸੀਂ। ਜਿਸ ਦਿਨ ਅਸੀਂ ਅੱਜ 4 ਜਣੇ ਜਾਂ 3 ਜਣੇ ਬੰਦ ਕਮਰੇ 'ਚ ਵੀ ਫੈਸਲਾ ਲੈ ਲਿਆ ਕਿ ਅਸੀਂ ਇਲੈਕਸ਼ਨ ਲੜਨੀ ਆ, ਇਹ ਖਬਰ ਇਹੋ ਜਿਹੀ ਆ ਕਿ ਇਹ ਤੁਸੀਂ ਜਿੰਨੀ ਮਰਜ਼ੀ ਦਬਾਓ, ਇਹਨੇ ਫੈਲਣਾ ਹੀ ਫੈਲਣਾ। ਅਤੇ ਜਿਸ ਦਿਨ ਇਹ ਖਬਰ ਫੈਲ ਗਈ, ਉਦਣ ਮੋਦੀ ਤਕੜਾ ਹੋ ਜਾਊ, ਉਦਣ ਅਸੀਂ ਆਪਣੀਆਂ ਮੰਗਾਂ ਤੋਂ ਕਮਜ਼ੋਰ ਪੈ ਜਾਵਾਂਗੇ। ਇੱਥੋਂ ਤੱਕ ਕਿ 2 ਮੈਂ ਤੁਹਾਨੂੰ ਇਸ ਗੱਲ ਦੇ ਪ੍ਰੂਫ ਦਿੰਦਾ ਉਹਨਾਂ ਦੇ। ਇੱਕ, ਜਦੋਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਧਮੱਚੜੇ ਪਾਉਣੇ 6 ਮਹੀਨੇ ਪਹਿਲਾਂ ਸ਼ੁਰੂ ਕਰਤੇ, ਅਗਸਤ ਸਤੰਬਰ ਦੇ ਵਿੱਚ, ਅਤੇ ਇਹਨਾਂ ਨੇ ਇੱਥੇ ਚੰਡੀਗੜ੍ਹ PC ਬੁਲਾ ਕੇ ਕੱਲੀ ਪਾਰਟੀ ਨੂੰ ਬੁਲਾ ਕੇ ਕਿਹਾ, ਖਬਰਦਾਰ ਤੁਹਾਡੇ ਭਰਾ ਤੇ ਮੋਰਚੇ 'ਤੇ ਸ਼ਹੀਦੀਆਂ ਪਾ ਰਹੇ ਆ, ਤੁਹਾਨੂੰ ਇੱਥੇ ਤੁਸੀਂ ਚਾਂਬਲਾਂ ਪਾ ਰਹੇ ਆ, ਭੰਗੜੇ ਪਾ ਰਹੇ ਆ ਕਿ ਅਸੀਂ ਸੱਤਾ ਨੂੰ ਹਥਿਆਉਣਾ, ਇਹ ਬੰਦ ਕਰੋ ਕੰਮ। ਮੈਂ ਉਸ ਮੀਟਿੰਗ 'ਚ 36 ਸੈਕਟਰ ਦੇ ਚੰਡੀਗੜ੍ਹ ਦੇ ਵਿੱਚ ਆਪ ਸੀ, ਸਾਰਾ ਕੁਝ ਦੇਖਿਆ। ਨਵਜੋਤ ਸਿੱਧੂ ਆਏ ਸੀਗੇ, ਚੀਮਾ ਜੀ ਆਏ ਸੀ, ਹੋਰ ਸਾਰੇ ਲੀਡਰ ਆਏ ਸੀ ਉੱਥੇ। ਦੂਸਰਾ, ਜਦੋਂ ਚੜੂਨੀ ਨੇ ਇਸ ਗੱਲ ਦੀ ਲਾਲਸਾ ਬੇਵਕਤ ਤੌਰ 'ਤੇ ਦਿਖਾਈ ਔਰ ਪਹਿਲਾਂ ਹੀ ਆਪਣੀ ਪਾਰਟੀ ਬਣਾ ਕੇ ਚੱਲ ਪਏ, ਔਰ ਉਹਨਾਂ ਨੂੰ ਉਹਦਾ ਫਾਇਦਾ ਵੀ ਹੋਇਆ ਕਿ ਉਹਨਾਂ ਨੂੰ ਪਾਰਟੀ ਵੇਲੇ ਸਿਰ ਰਜਿਸਟਰ ਹੋ ਗਈ, ਕੱਪ ਪਲੇਟ ਦਾ ਚੋਣ ਨਿਸ਼ਾਨ ਮਿਲ ਗਿਆ, ਆਪਣਾ ਕੈਂਡੀਡੇਟ ਸ਼ੁਰੂ ਕਰਤੇ। ਉਦੋਂ ਉਹਨੂੰ ਸੈਂਸਰ ਕਰਵਾਇਆ ਵੀ ਨਾ, ਇਹ ਤੇ ਸਾਨੂੰ ਮੂਵਮੈਂਟ ਨੂੰ ਕਮਜ਼ੋਰ ਕਰੂਗਾ, ਇਹ ਸਾਡੇ ਵਿਰੋਧੀਆਂ ਨੂੰ ਤਕੜਾ ਕਰੂਗਾ, ਅਤੇ ਉਸ ਨੂੰ ਮਹੀਨਾ ਸਸਪੈਂਡ ਰੱਖਿਆ। ਹੁਣ ਕਈ ਵਾਰੀ ਕਹਿੰਦੇ ਉਹਨੂੰ ਜੀ ਉਦੋਂ ਇੰਝ ਕੀਤਾ ਜੀ, ਹੁਣ ਤੁਸੀਂ ਇੰਝ ਕਿਉਂ ਕੀਤਾ? ਵੀ ਉਹ ਉਦੋਂ ਠੀਕ ਸੀ, ਹੁਣ ਇਹ ਠੀਕ ਹੈ। ਇਹ ਦੋਵੇਂ ਗੱਲਾਂ 'ਚ ਕਨਫਲਿਕਟ ਮੈਨੂੰ ਦੱਸੋ ਨਾ ਕਿੱਥੇ ਆ? ਉਸ ਦੇ ਜਿੱਤਣ ਤੋਂ ਬਾਅਦ ਭਾਵੇਂ ਤੁਸੀਂ ਜੋ ਮਰਜ਼ੀ ਕਰੋ, ਘਰ ਬਹਿ ਜਾਓ, ਕੰਮ ਕਰੋ, ਜੋ ਮਰਜ਼ੀ ਕਰੋ,
ਉਹ ਜਦੋਂ ਦੁਬਾਰਾ ਇਸ ਚੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਇਹਨਾਂ ਨੇ ਇਹ ਥੋੜ੍ਹੀ ਕਹਿਤਾ ਵੀ ਅਸੀਂ ਉਹ 'ਚ ਪਾਰਟੀਸਪੇਟ ਨਹੀਂ ਕਰਨਾ। 40-40 50-50 ਸਾਲ ਤੋਂ ਕਰਦੇ ਆ ਰਹੇ, ਅੱਗੇ ਵੀ ਕਰਨਗੇ। ਉਸ ਦੇ ਕੋਈ ਇਹ ਵਿਰੋਧ ਵਿੱਚ ਚੀਜ਼ ਨਹੀਂ ਖੜੀ ਹੈ। ਇਹ ਤਾਂ ਉਦੋਂ ਜਦੋਂ ਤੁਸੀਂ ਇੱਕ ਪੜਾਅ 'ਤੇ ਪਹੁੰਚ ਗਏ ਉਦੋਂ ਬਾਅਦ ਤੁਸੀਂ ਇਹ ਚੋਣ ਲੜੀ ਹੈ। ਔਰ ਮੈਂ ਤਾਂ ਇਸ ਗੱਲੋਂ ਤੇ ਵੈਲਕਮ ਕਰਦਾ ਕਿ ਘੱਟੋ ਘੱਟ ਇਹਦੀਆਂ 100 ਲਿਮੀਟੇਸ਼ਨ ਅਤੇ ਕਮਜ਼ੋਰੀਆਂ ਦੇ ਬਾਵਜੂਦ ਉਹਨਾਂ ਸਾਰੇ ਲੋਕਾਂ ਦਾ ਇਹ ਸਹਾਰਾ ਬਣੇ ਆ ਜਿਹੜੇ ਕਹਿੰਦੇ ਸੀ ਫਿਰ ਹੁਣ ਵੋਟ ਕਿੱਥੇ ਪਾਈਏ। ਠੀਕ ਹੈ, ਸੋ ਤੁਸੀਂ ਇਹ ਇਸ਼ਾਰਾ ਕਰਤਾ ਕਿ ਜਿਹੜੀ ਲੋਕ ਆਲਟਰਨੇਟ ਲੱਭ ਰਹੇ ਨੇ, ਜੋ ਸ਼ਾਇਦ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਗਈ ਹੈ, ਤੁਸੀਂ ਉਹਨੂੰ ਟਾਰਗੇਟ ਕਰ ਰਹੇ ਹੋ। ਤੁਸੀਂ ਇਹ ਆਖਰੀ ਸਟੇਟਮੈਂਟ ਨਾਲ ਇਹ ਮੈਨੂੰ ਕਲੈਰਿਟੀ ਦੇ ਰਹੇ ਹੋ। ਨਹੀਂ, ਬਿਲਕੁਲ ਇਹ ਗੱਲ ਠੀਕ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਵੀ ਸਮਾਜਿਕ ਅਤੇ ਰਾਜਨੀਤਿਕ ਆਧਾਰ ਹੈਗਾ, ਉਹ ਕਹਿੰਦੇ ਆਮ ਆਦਮੀ ਨੂੰ ਇੱਥੇ ਬੜੇ ਬੜੇ ਹੋਟਲਾਂ 5 ਸਟਾਰ 'ਚ ਰਹਿੰਦੇ ਆ। ਉਹ ਚੰਨੀ ਠੀਕ ਹੀ ਕਹਿੰਦਾ ਕਿ ਹੋਟਲ 'ਚੋਂ ਐਨ ਪੌਸ਼ ਹੋਟਲ 'ਚੋਂ ਉਤਰ ਕੇ ਅਤੇ ਥੱਲੇ ਆਟੋ 'ਚ ਬਹਿ ਜਾਂਦੇ, ਦੇਖੋ ਜੀ ਅਸੀਂ ਆਮ ਆਦਮੀ ਆ। ਉਹ ਜਿਸ ਤਰ੍ਹਾਂ ਕਾਂਗਰਸੀ ਖੱਦਰ ਪਾ ਕੇ ਤੁਰੇ ਫਿਰਦੇ ਸੀ ਅਤੇ ਕੋਠੀਆਂ ਆਲੀਸ਼ਾਨ, ਅਤੇ ਉਂਝ ਅਸੀਂ ਆਮ ਆਦਮੀ, ਉਹੀ ਚੀਜ਼ ਇਹ ਹੈਗੀ। ਤਾਂ ਜਿਹੜਾ ਤੁਸੀਂ ਇਹ ਕਹਿੰਦੇ ਕਿ ਇਹਨਾਂ ਦਾ ਕਿਹੜਾ ਆ, ਹਾਂ ਆਧਾਰ ਤੇ ਆਮ ਆਦਮੀ ਪਾਰਟੀ ਦਾ ਇੰਜ ਦਾ ਹੀ ਸੀ ਕਿ ਦੂਸਰੀਆਂ ਪਾਰਟੀਆਂ ਨਾਲੋਂ ਜਿਹੜੇ ਲੋਕ ਦੁਖੀ ਸੀਗੇ ਉਹਨਾਂ ਤੋਂ ਬਾਰ-ਬਾਰ ਇਹ ਡਿਸਇਨਚੈਂਟਡ ਜਿਹਨੂੰ ਕਹਿੰਦੇ ਆ ਕਿ ਲੱਗਦਾ ਸੀ ਕਿ ਨਾ ਇਹਨਾਂ ਤੋਂ ਤਾਂ ਆਪਾਂ ਹੁਣ ਤੋਬਾ ਆਪਾਂ ਦੂਰ ਜਾਣਾ ਚਾਹੁੰਦੇ ਹਾਂ, ਉਹ ਫਿਰ ਇਹਨਾਂ ਵੱਲ ਆ ਜਾਂਦੇ ਸੀ। ਔਰ ਤੀਜਾ ਕੋਈ ਵਿਕਲਪ ਸੀਗਾ ਨਹੀਂ। ਪਰ ਉਹਨਾਂ ਨੂੰ ਪਰਖਿਆ ਬਹੁਤ, ਉਹਨਾਂ ਦੇ ਵੱਲ ਰਹਿਣਾ ਵੀ ਚਾਹੁੰਦੇ ਆ ਅਤੇ ਲੋਕ ਉਹਨਾਂ 'ਤੇ ਹੁਣ ਬਹੁਤਾ ਉਸ ਕਿਸਮ ਦਾ ਭਰੋਸਾ ਵੀ ਨਹੀਂ ਜੋ 17 ਅਤੇ 14 ਵਿੱਚ ਸੀ। 14 ਦੀ ਪਾਰਲੀਮੈਂਟ ਅਤੇ 17 ਦੇ ਵਿੱਚ, ਅਤੇ ਜਿਹੜੀ 19 ਵਾਲੀ ਪਾਰਲੀਮੈਂਟ ਉਹਦੇ ਵਿੱਚ ਤਾਂ ਇਹਨਾਂ ਨੂੰ ਵੋਟਾਂ ਹੀ 7% ਪਈਆਂ। ਬਹੁਤ ਘੱਟ ਲੋਕਾਂ ਨੇ ਵੋਟਾਂ ਪਾਈਆਂ, ਤੁਹਾਨੂੰ ਪਤਾ ਹੀ ਹੈ। ਇਕੱਲਾ ਭਗਵੰਤ ਮਾਨ ਜਿੱਤਿਆ ਸੀ, ਉਹ 14 'ਚ 4 MP ਜਿੱਤੇ ਸੀ। ਇਸ ਲਈ ਜਿਹੜਾ ਐਤਕੀ ਵੀ ਹਵਾ ਉਹ ਹਵਾ ਹੁਣ ਨਿਕਲਣੀ ਸ਼ੁਰੂ ਹੋ ਗਈ ਜਦੋਂ ਅਸੀਂ ਮੈਦਾਨ 'ਚ ਆ ਗਏ ਹਾਂ। ਅਤੇ ਇਸ ਲਈ ਸਭ ਤੋਂ ਵੱਡਾ ਅਟੈਕ ਸਿੱਧਾ ਅਤੇ ਤਿੱਖਾ ਸੰਯੁਕਤ ਸਮਾਜ ਮੋਰਚੇ 'ਤੇ ਕਾਂਗਰਸ ਵੱਲੋਂ ਨਹੀਂ ਆ ਰਿਹਾ, ਅਕਾਲੀ ਦਲ ਵੱਲੋਂ ਨਹੀਂ ਆ ਰਿਹਾ, ਰਾਘਵ ਚੱਡੇ ਵੱਲੋਂ ਆ ਰਿਹਾ। ਅਤੇ ਸਾਡੀ ਜਿਹੜੀ ਰਜਿਸਟ੍ਰੇਸ਼ਨ ਨੂੰ ਰੋਕਣ ਲਈ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ। ਇਹਨਾਂ ਨੇ ਪਬਲਿਕ ਦੇ ਵਿੱਚ ਜਾ ਕੇ, ਇਹਨਾਂ ਨੇ ਪਬਲਿਕ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇੰਜ ਕੀਤਾ ਕਿ ਦੇਖੋ ਜੀ ਇਹਨਾਂ ਨੇ ਤਾਂ ਇੰਨੀ ਛੇਤੀ ਇਹਨਾਂ ਦਾ ਕਿਵੇਂ ਹੋ ਸਕਦਾ ਹੈ ਕਿ ਪਾਰਟੀ ਜਿਹੜੀ ਰਜਿਸਟਰ ਹੋ ਜੇ। ਉਹਨੂੰ ਐਸਾ ਅਪੋਜ਼ ਕੀਤਾ ਉੱਥੇ ਇਲੈਕਸ਼ਨ ਕਮਿਸ਼ਨ ਦੇ ਅੰਦਰ ਵੀ ਕੋਈ ਸ਼ਾਇਦ ਇਹਨਾਂ ਦੇ ਬੰਦੇ ਬੈਠੇ, ਰਾਜੇਵਾਲ ਕਹਿੰਦਾ ਸੀ, ਜਿਨ੍ਹਾਂ ਨੇ ਸਾਡੀ ਰਜਿਸਟ੍ਰੇਸ਼ਨ ਨੂੰ ਲੇਟ ਕਰਾਇਆ, ਜਿਹਦੇ ਕਰਕੇ ਸਾਨੂੰ ਆਜ਼ਾਦ ਕੈਂਡੀਡੇਟ ਦੇ ਤੌਰ ਦੇ ਉੱਤੇ ਵੀ ਖੜਾ ਹੋਣਾ ਪਿਆ। ਜੀ ਇਹ ਐਲੀਗੇਸ਼ਨ ਤੁਸੀਂ ਪਹਿਲਾਂ ਵੀ ਲਗਾ ਚੁੱਕੇ ਹੋ। ਇੱਕ ਸਵਾਲ ਮੈਂ ਪੁੱਛਣਾ ਚਾਹੁੰਦਾ, ਜੇ ਪੋਪੂਲੈਰਿਟੀ ਦੀ ਗੱਲ ਕਰਾਂ, SSM ਲੈਕ ਕਰ ਰਹੀ ਹੈ, ਬਾਕੀ ਪਾਰਟੀਆਂ ਤੋਂ ਵਿੱਚ ਕੋਈ ਸ਼ੱਕ ਨਹੀਂ ਹੈ। ਲੇਕਿਨ ਇੱਕ ਬੰਦਾ ਜੋ SKM ਤੋਂ ਪੋਪੂਲਰ ਹੋਇਆ ਸੀਗਾ, ਡਾਕਟਰ ਸਵੈਮਾਨ ਸਿੰਘ, ਮੈਂ ਤੁਹਾਨੂੰ ਪਹਿਲਾਂ ਤਾਂ ਇਹ ਪੁੱਛਣਾ ਚਾਹੁੰਦਾ, ਉਹ SSM ਲਈ ਤੁਹਾਡੇ ਹਿਸਾਬ ਨਾਲ ਕਿੰਨੇ ਇੰਪੋਰਟੈਂਟ ਨੇ, ਅਤੇ ਉਹਨਾਂ ਦਾ ਤੁਹਾਡੇ ਵੱਲੋਂ ਜੇ ਮੈਂ ਤੁਹਾਨੂੰ ਪੁੱਛਾਂ ਤਾਂ ਕੀ ਰੋਲ ਹੈ ਪਾਰਟੀ 'ਚ? ਸਾਡੇ ਉਹ ਮੂਵਮੈਂਟ ਦੇ ਬਾਕੀ ਹੀਰੋਆਂ ਵਾਂਗੂ ਹੀਰੋ ਹੈ। ਉਹਨਾਂ ਨੇ ਆਪਣੀ ਉੱਥੇ ਕਰੋੜਾਂ ਰੁਪਈਏ ਦੀ ਨੌਕਰੀ ਛੱਡ ਕੇ ਇੱਥੇ ਆ ਕੇ ਆਪਣਾ ਪੂਰਾ ਕਮਿਟਮੈਂਟ ਦਿਖਾਈ ਆ। ਇਕੱਲੇ ਆਪ ਹੀ ਨਹੀਂ, ਉਹਨਾਂ ਨੇ ਕੈਲੀਫੋਰਨੀਆ ਪਿੰਡ ਬਣਾਇਆ। ਅਸੀਂ ਉਹਨਾਂ ਕੋਲ ਜਾ ਕੇ ਉੱਥੇ ਰਹਿੰਦੇ ਰਹੇ ਹਾਂ। ਉਹ ਜਿਹੜਾ ਬੱਸ ਅੱਡਾ ਸੀਗਾ ਉੱਧਰ ਵਾਲਾ, ਟਿੱਕਰੀ ਵਾਲਾ, ਇਹਨਾਂ ਨੇ ਮੱਲਿਆ ਸੀ ਪੂਰਾ, ਔਰ ਬੜੀ ਸੇਵਾ ਕੀਤੀ ਆ, ਸ਼ਿੱਦਤ ਨਾਲ ਕੀਤੀ ਆ। ਉਹ ਬੜੇ ਪੈਸ਼ਨੇਟ ਆ, ਬੜੇ ਆਈਡੀਅਲਿਸਟ ਦੇ ਤੌਰ 'ਤੇ ਹੈਗੇ ਆ, ਔਰ ਉਹ ਚਾਹੁੰਦੇ ਆ ਕਿ ਪੰਜਾਬ ਦਾ ਭਲਾ ਹੋਏ, ਔਰ ਕੰਪੇਨ ਡਟ ਕੇ ਕਰ ਰਹੇ ਆ। ਹਾਲਾਂਕਿ ਕਈ ਵਾਰੀ ਇਹ ਹੁੰਦਾ ਕਿ ਸਾਡੇ ਨਾਲੋਂ ਬੜੇ ਨੌਜਵਾਨ ਆ, ਅਸੀਂ ਬੜੇ ਉਤਾਰ ਚੜ੍ਹਾਅ ਦੇਖਿਆ, ਉਹਨਾਂ ਨੇ ਅਜੇ ਨਹੀਂ ਦੇਖੇ। ਉਹਨਾਂ ਨੇ ਇੱਥੇ ਦੀ ਪੋਲੀਟਿਕਸ ਦਾ ਗੰਦਲਾਪਣ ਅਤੇ ਜਿਹੜੀ ਡਾਰਕ ਸਾਈਡ ਵੀ ਨਹੀਂ ਦੇਖੀ। ਕੁਛ ਲੱਗ ਜੂਗਾ ਹੁਣ ਪਤਾ, ਕੁਛ ਉਹਨਾਂ ਨੂੰ ਲੱਗਾ ਆ, ਕੁਛ ਹੋਰ ਪਤਾ ਲੱਗੂਗਾ। ਤੇ ਪਰ SSM ਲਈ ਉਹ ਕੌਣ ਨੇ, ਤੇ ਤੁਹਾਨੂੰ ਕੀ ਲੱਗਦਾ SSM ਲਈ ਉਹ ਕਿੰਨੇ ਇੰਪੋਰਟੈਂਟ ਨੇ? ਕੌਣ ਨੇ SSM ਲਈ? ਪਹਿਲੇ ਗੱਲ ਨਹੀਂ, ਬਿਲਕੁਲ ਮੈਂ ਤਾਂ ਕਹਿੰਦਾ ਸਾਡੇ ਉਹ ਬੜੇ ਤਕੜੇ, ਮੈਂ ਤਾਂ ਉਹਨਾਂ ਨੂੰ ਕਹੂੰ ਸਾਡੀ SSM ਦੇ ਵੱਡੇ ਡਾਕਟਰ ਹੀ ਕਹਿ ਲਓ, ਸਾਡੇ ਰਾਜਨੀਤਿਕ ਡਾਕਟਰ ਕਹਿ ਲਓ ਇਸ ਵੇਲੇ 'ਤੇ, ਕਿਉਂਕਿ ਜਿਸ ਸ਼ਿੱਦਤ ਦੇ ਨਾਲ ਦਿਨ ਰਾਤ, ਕੱਲ੍ਹ ਉਹਨਾਂ ਨੇ ਵੱਡਾ ਟਰੈਕਟਰ ਮਾਰਚ 500 ਟਰੈਕਟਰ ਲੈ ਕੇ ਕੀਤਾ। ਹੁਣ ਉਹ ਸਾਰੇ ਪੰਜਾਬ 'ਚ ਹੁਣੇ ਮੇਰੀ ਗੱਲ ਹੋ ਕੇ ਹਟੀ ਆ, ਸਾਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਢਣ ਦੀਆਂ ਤਿਆਰੀਆਂ ਕਰ ਰਹੇ ਆ। ਅਤੇ ਮੈਂ ਤਾਂ ਹੈਟਸ ਆਫ ਉਹਨਾਂ ਦੀ, ਜਿੰਨੀ ਉਹਨਾਂ ਕੋਲ ਐਨਰਜੀ ਹੈਗੀ ਹੈ। ਔਰ ਸਾਡੇ ਤਾਂ ਬਿਲਕੁਲ ਇੱਕ ਸਟਾਰ ਕੰਪੇਨਰ ਦੇ ਤੌਰ 'ਤੇ ਅਸੀਂ ਉਹਨਾਂ ਨੂੰ ਹੀਰੋ ਆ ਸਾਡੇ ਉਹ ਇਸ ਗੱਲ ਦੇ, ਖਾਸ ਕਰਕੇ ਸਾਡਾ ਜਿਹੜਾ ਯੂਥ ਆ ਉਹਨਾਂ ਦੇ ਆਈਕਨ ਹੈ ਇਸ ਵੇਲੇ ਇਸ ਮੂਵਮੈਂਟ ਦੇ। ਹਾਂਜੀ, ਪਰ ਡਾਕਟਰ ਸਵੈਮਾਨ ਸਿੰਘ ਬਹੁਤ ਬਾਗੀ ਰਹੇ ਨੇ, 2 ਵਾਰ ਟਵੀਟ ਕਰ ਚੁੱਕੇ ਕਿ ਮੈਂ ਕੈਂਡੀਡੇਟਸ ਤੋਂ ਖੁਸ਼ ਨਹੀਂ ਹਾਂ ਸਾਰਿਆਂ ਤੋਂ, ਅਤੇ ਹੁਣ ਵੀ ਜਿਹੜਾ ਪ੍ਰਚਾਰ ਕਰ ਰਹੇ ਕੁਝ ਕੈਂਡੀਡੇਟਸ ਦਾ ਕਰ ਰਹੇ, ਅਤੇ ਜਿਹੜੇ ਕੁਝ ਕੈਂਡੀਡੇਟਸ ਦੇ ਮੈਂ ਮੈਨੀਫੈਸਟੋਜ਼ ਦੇਖੇ ਉਹ 'ਚ ਡਾਕਟਰ ਸਵੈਮਾਨ ਸਿੰਘ ਦੀ ਕੈਂਡੀਡੇਟ ਦੇ ਨਾਲ ਫੋਟੋ ਹੈ। ਇਹਦਾ ਕੀ ਮਤਲਬ ਹੈ? ਦੇਖੋ ਇਹ ਤਾਂ ਗੱਲ ਠੀਕ ਹੈ ਕਿ ਉਹਨਾਂ ਦੀਆਂ ਰਿਜ਼ਰਵੇਸ਼ਨ ਕੁਝ ਕੈਂਡੀਡੇਟਸ ਬਾਰੇ ਹੈਗੀਆਂ, ਉਹ ਸਾਡੀਆਂ ਵੀ ਹੈਗੀਆਂ ਅਤੇ ਹੋਣੀਆਂ ਵੀ ਚਾਹੀਦੀਆਂ।
ਇਹ ਥੋੜ੍ਹੀ ਆ ਵੀ ਜੇ ਤੁਸੀਂ 104 ਕੈਂਡੀਡੇਟ ਮੈਦਾਨ 'ਚ ਉਤਾਰਤੇ ਆ ਤਾਂ ਸਾਰੇ ਦੇ ਸਾਰੇ ਬਿਲਕੁਲ ਦੁੱਧ ਦੇ ਧੋਤੇ ਆ, ਸਮਾਜ 'ਚੋਂ ਹੀ ਉਤਾਰਨੇ ਆ। ਕੁਛ ਉਹ ਇੱਧਰ ਉੱਧਰ ਸੱਜੇ ਖੱਬੇ ਕਰਕੇ ਅੰਦਰ ਨਿਕਲ ਜਾਂਦੇ ਆ, ਅਤੇ ਉਹ ਸਾਡਾ ਛਾਨਣਾ ਉਹਨਾਂ ਘੁੱਟ ਕੇ ਨਹੀਂ ਫੜਿਆ ਹੋਊਗਾ ਕਿ ਕੁਝ ਦਾਣੇ ਬਾਹਰ ਡਿੱਗ ਪਏ ਆ ਜਿਹੜੇ ਕਿ ਛਾਨਣੇ ਚਾਹੀਦੇ ਸੀਗੇ। ਪਰ ਇਹਦੇ ਨਾਲ ਮਤਲਬ ਇਹ ਨਹੀਂ ਕਿ ਜਿਹੜਾ ਪੋਲੀਟੀਕਲ ਪਲਾਏ ਆ, ਇੱਕ ਸਟੈਂਡ ਲਿਆ, ਇੱਕ ਜੰਪ ਕੀਤਾ, ਇਸ ਫਰੇ ਦੇ ਵਿੱਚ ਆਏ ਆ, ਔਰ ਜਿਹੜੇ ਬਾਕੀ ਦੇ 95% ਆ ਉਹ ਵੀ ਉਸੇ ਤਰ੍ਹਾਂ ਦੇ, ਇਸ ਤਰ੍ਹਾਂ ਥੋੜ੍ਹੀ ਹੈ। ਅਤੇ ਸਵੈਮਾਨ ਵੀ ਇਹੋ ਹੀ ਕਹਿ ਰਿਹਾ ਕਿ ਮੈਨੂੰ ਕੁਝ ਕੈਂਡੀਡੇਟਾਂ ਨਾਲ ਰਿਜ਼ਰਵੇਸ਼ਨ ਹੈ, ਉਹ ਠੀਕ ਕਹਿ ਰਹੇ ਆ, ਔਰ ਉਹ ਹੋਣੀਆਂ ਵੀ ਚਾਹੀਦੀਆਂ। ਔਰ ਮੇਰਾ ਤਾਂ ਕਹਿ ਲਿਆ ਹਰ ਪਾਰਟੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਕਿਸੇ ਨੂੰ ਚਾਹੀਦਾ ਕਿ ਤੁਸੀਂ ਨਾ ਚਾਹੁੰਦੇ ਹੋਏ ਵੀ ਉਹਨੂੰ ਕਹੋ ਵੀ ਨਾ 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 ਇਹ ਬੰਦਾ ਤੁਹਾਨੂੰ ਪਸੰਦ ਨਹੀਂ, ਫਿਰ ਵੀ ਤੂੰ ਕੰਪੇਨ ਕਰ। ਅਸੀਂ ਇਸ ਤਰ੍ਹਾਂ ਘੱਟੋ ਘੱਟ ਮੈਨੂੰ ਵੀ ਕੋਈ ਕਹੇ ਤਾਂ ਮੈਂ ਨਹੀਂ ਕਰੂੰਗਾ। ਉਹ ਵੀ ਇਸੇ ਮੱਤ ਦੇ ਹੈਗੇ ਕਿ ਇੰਨੀ ਕੁ ਅੰਦਰ ਡੈਮੋਕ੍ਰੇਸੀ ਅਤੇ ਲਿਬਰਲ ਸੋਚ ਹੋਣੀ ਚਾਹੀਦੀ ਹੈ। ਔਰ ਇਹ ਗੱਲ ਠੀਕ ਹੈ ਕਿ ਕਿਉਂਕਿ ਬਹੁਤ ਲਾਸਟ ਮੂਮੈਂਟ 'ਤੇ ਬੜਾ ਹੈਕਟਿਕ ਅਤੇ ਬਹੁਤ ਕਾਹਲੀ ਸਾਨੂੰ ਕਰਨਾ ਪਿਆ, ਕੁਛ ਕਾਰਨ ਕੁਛ ਸਾਡੀਆਂ ਜਿਹੜੀਆਂ ਕਮੀਆਂ ਉਹਦਾ ਵੀ ਹੈ। ਪਰ ਹੁਣ ਜਿਵੇਂ ਇੰਜਣ ਚਾਲੀ ਪਿਆ, ਰੇਲ 'ਤੇ ਚੜ੍ਹ ਗਿਆ ਟਰੈਕ ਦੇ ਉੱਤੇ, ਅਤੇ ਹੁਣ ਤਾਂ ਮਾਰਦਾ ਕੂਕਾਂ 'ਤੇ ਛੱਕ ਕਰਦਾ ਚੱਲ ਰਿਹਾ ਜੀ। ਪਰ ਤੁਹਾਨੂੰ ਨਹੀਂ ਲੱਗਦਾ ਇਹੋ ਜਿਹੀ ਸਟੇਟਮੈਂਟ ਤੁਸੀਂ ਮੈਨੂੰ ਇੰਨੀ ਨੇੜੇ ਇਲੈਕਸ਼ਨ ਦੇ ਰਹੇ ਹੋ, ਲੋਕੀ ਤੁਹਾਡੇ 'ਤੇ ਭਰੋਸਾ ਕਿਵੇਂ ਕਰਨਗੇ ਵੀ ਯਾਰ ਇਹਦਾ ਮਤਲਬ ਇਹ ਆਪ ਹੀ ਜਾਣਦੇ ਵੀ ਸਾਡੇ ਸਾਰੇ ਕੈਂਡੀਡੇਟ ਚੰਗੇ ਨਹੀਂ ਹੈ? ਕਿਸ ਤਰ੍ਹਾਂ ਤੁਸੀਂ ਜਿਵੇਂ ਦੀ ਮੈਨੂੰ ਹੁਣ ਸਟੇਟਮੈਂਟਸ ਦੇ ਰਹੇ ਹੋ ਕਿ ਹਾਂ ਕੁਝ ਕੈਂਡੀਡੇਟ ਨਹੀਂ ਸਹੀ ਹੋਣਗੇ, ਨਿਕਲ ਗਏ ਹੋਣਗੇ, ਤੁਹਾਨੂੰ ਨਹੀਂ ਲੱਗਦਾ ਲੋਕਾਂ ਦਾ ਇਹੋ ਜਿਹੀ ਸਟੇਟਮੈਂਟ ਸੁਣ ਕੇ SSM 'ਤੇ ਭਰੋਸਾ ਕਰਨਾ ਮੁਸ਼ਕਿਲ ਹੋਏਗਾ? ਕੀ ਗੱਲ, ਬਾਕੀ ਦੇ ਦੁੱਧ ਧੋਤੇ ਸਾਰਿਆਂ ਦੇ। BJP ਦੇ 43% ਅੰਦਰ ਜਿਹੜੀ ਕੈਬਨਿਟ ਆ ਉਹ ਜਿਨ੍ਹਾਂ 'ਤੇ ਕ੍ਰਿਮੀਨਲ ਕੇਸ ਉਹ ਬੈਠੇ, ਪਾਰਲੀਮੈਂਟ ਦੇ ਅੰਦਰ ਇੰਨੇ 40 ਤੋਂ ਵੱਧ % ਬੰਦੇ ਉੱਪਰ ਬੈਠੇ ਆ, ਉਹ ਸਾਰੇ ਦੁੱਧ ਧੋਤੇ ਆ। ਅਤੇ ਜੇ ਕਿਤੇ ਸਾਡੇ ਕੋਲੋਂ 19 21 ਕੋਈ 1 2 3 ਬੰਦੇ ਕਿਸੇ ਮਜਬੂਰੀਆਂ 'ਚ ਮਜਬੂਰੀ ਵਸ ਜਦੋਂ ਅੰਦਰ ਬਾਈਆਂ ਜਥੇਬੰਦੀਆਂ ਦਾ ਕੰਟੈਸਟ ਹੁੰਦਾ ਅਤੇ ਉੱਥੇ ਤੁਹਾਨੂੰ ਕੀ ਕੁਝ ਕੰਪਰੋਮਾਈਜ਼ ਨਹੀਂ ਕਰਨੇ ਪੈਣਗੇ। ਹਰ ਬੰਦਾ ਤਾਂ ਇੱਕੋ ਜਿਹਾ ਨਹੀਂ, ਹਰ ਬੰਦੇ ਦੀ ਇੱਕੋ ਜਿਹੀ ਸੋਚ ਨਹੀਂ ਹੈਗੀ। ਕਈ ਸਾਡੇ ਵਿਦਡਰਾ ਕੀਤੇ, ਕਈ ਅਸੀਂ ਵਿਦਡਰਾ ਕੀਤੇ ਵੀ ਜਿੱਥੇ ਸਾਡਾ ਦਾ ਲੱਗਾ, ਜਿਹੜਾ ਸਾਡੇ ਕੋਲ ਗਲਤੀ ਹੋਈ ਉਸ ਨੂੰ ਅਸੀਂ ਵੇਲੇ ਸਿਰ ਕਰੈਕਟ ਵੀ ਕੀਤਾ। ਮੈਂ ਕਹਿੰਦਾ 2-3 ਕੈਂਡੀਡੇਟ ਮੈਨੂੰ ਵੀ ਪਤਾ ਕਿ ਜਿਹੜੇ ਇਸ ਕਿਸਮ ਦੇ ਕੰਟਰੋਵਰਸੀ ਦੇ ਹੈਗੇ, ਦੱਸ ਦਿਓ ਕਿਹੜੇ? ਨਹੀਂ ਇਸ ਤਰ੍ਹਾਂ ਨਹੀਂ, ਉਹ ਨਹੀਂ ਗੱਲ, ਉਹ ਕਿਸੇ ਇਲੈਕਸ਼ਨ ਦੇ ਵਿੱਚ ਉਹ ਠੀਕ ਨਹੀਂ ਹੈ, ਕਰੈਕਟਰ ਅਸੈਸੀਨੇਸ਼ਨ ਹੋਊਗਾ, ਉਹ ਲੱਗਦਾ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ। ਪਰ ਅਸੀਂ ਕਿਹੜਾ ਹਰ ਇੱਕ ਗੱਲ ਦੀ ਵਜ਼ਾਹਤ ਕਰ ਰਹੇ ਹਾਂ। ਪਰ ਇਸ ਗੱਲ ਨੂੰ ਆਪਾਂ ਇੱਕ ਐਡਾ ਵੱਡਾ ਫੈਸਲਾ ਲੈ ਕੇ ਇੰਨੀ ਕਾਹਲੀ 'ਚ ਇੰਨੇ ਵੱਡੀਆਂ ਪਾਰਟੀਆਂ ਨਾਲ ਮੁਕਾਬਲੇ 'ਚ ਉਤਰੇ ਹਾਂ, ਇਹ ਆਪਣੇ ਆਪ 'ਚ ਮੈਨੂੰ ਤਾਂ ਬਹੁਤ ਵੱਡੀ ਅਚੀਵਮੈਂਟ ਅਤੇ ਹਿੰਮਤ ਅਤੇ ਜੇਰੇ ਦੀ ਗੱਲ ਚਾਹੀਦੀ ਆ, ਜਿਹਦੇ ਵਿੱਚ ਰਾਜੇਵਾਲ ਹੋਣ ਜਾਂ ਹੋਰ ਸਾਡੇ ਰੁਲਦੂ ਸਿੰਘ ਹੋਣ ਜਾਂ ਹੋਰ ਭੋਗ ਸਿੰਘ ਜਾਂ ਸਵੈਮਾਨ ਸਿੰਘ, ਇਹ ਸਾਰੇ ਡਾਕਟਰ ਸਵੈਮਾਨ, ਇਹ ਸਾਰਿਆਂ ਦੀ ਬਹੁਤ ਅਹਿਮ ਭੂਮਿਕਾ ਹੈ ਔਰ ਬੜੀ ਹਿੰਮਤ ਅਤੇ ਦਲੇਰੀ ਦੀ ਗੱਲ ਹੈਗੀ। ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਲੋਕ ਨਹੀਂ ਸਮਝਦੇ। ਤੁਸੀਂ ਦੂਜੇ ਪਾਸੇ ਸਮਝੋ, ਆ ਤੁਹਾਡੇ ਨਾਲ ਹੀ ਖਰੜ ਹੈ, ਉਹ ਪਰਮ ਦਾ ਮੁੰਡਾ ਪਰਮਦੀਪ ਜਿਹੜਾ ਹੈ, ਤੁਸੀਂ ਸੋਚ ਸਕਦੇ ਹੋ ਉਹਨੇ ਕਦੀ MLA ਖੜੇ ਹੋਣਾ ਸੀ? ਕੀ ਅਸੀਂ ਉਸ ਨੂੰ ਅਕਨੌਲੇਜ ਨਹੀਂ ਕੀਤਾ ਕਿ ਉਹ ਸਾਡੇ ਸੰਘਰਸ਼ ਦਾ ਪਰਖਿਆ ਹੋਇਆ ਹੀਰਾ, ਉਹਨੂੰ ਅਸੀਂ ਟਿਕਟ ਦਿਵਾਉਣ ਦੇ ਵਿੱਚ ਸੀਗਾ। ਮੈਂ ਉਹਦੇ ਨਾਲ ਅਗਲਾ ਚਲੇ ਜਾਓ, ਬਸੀ ਪਠਾਣਾ ਰਿਜ਼ਰਵ ਸੀਟ ਆ, 35 ਸਾਲ ਦੀ ਡਾਕਟਰ ਆ, ਉੱਥੇ ਰਿਜ਼ਾਈਨ ਕਰਕੇ ਉੱਥੇ ਉਤਰੀ ਆ ਮੈਦਾਨ ਦੇ ਵਿੱਚ ਜਾ ਕੇ ਦੇਖੋ ਉਹਦੀਆਂ ਕਿੰਨੀਆਂ ਚੜ੍ਹਾਈਆਂ। ਸਾਰੀ ਦੀ ਸਾਰੇ ਕਿਸਾਨ ਉਹਨਾਂ ਦੇ ਨਾਲ ਜੁੜਿਆ, ਨਹੀਂ ਤੇ ਨਾਰਮਲੀ ਇਹ ਹੁੰਦਾ ਨਹੀਂ ਕਿ ਦਲ ਦੇ ਨਾਲ ਜੱਟ ਵੀ ਸਮੁਦਾਇ ਚੱਲੇ। ਪਰ ਜਾ ਕੇ ਦੇਖੋ ਤੁਸੀਂ ਆਪ, ਸਗੋਂ ਮੀਡੀਆ ਵਾਲੇ ਆ ਕਿ ਕਿਵੇਂ ਉਹਦੀਆਂ ਚੜ੍ਹਾਈਆਂ ਕਰਵਾਈਆਂ ਹੋਈਆਂ। ਹੋਰ ਬਹੁਤ ਸਾਰੇ, ਮੈਂ ਪੂਰਾ ਇੰਨੇ ਥੋੜ੍ਹੇ ਟਾਈਮ 'ਚ ਨਾਂ ਨਹੀਂ ਲੈ ਸਕਦਾ। ਜਾ ਕੇ ਫਿਰੋਜ਼ਪੁਰ ਦੇ ਵਿੱਚ ਹੈਂਡੀਕੈਪਡ ਰੂਰਲ ਏਰੀਏ ਦੇ ਵਿੱਚ ਮੁੰਡੇ ਨੂੰ ਅਸੀਂ ਦਿੱਤਾ, ਜਿਹੜਾ ਇਹ ਕਿਤੇ ਬਾਕੀ ਪਾਰਟੀਆਂ ਦਿਖਾ ਲੈਣ ਸਾਨੂੰ ਇੰਝ ਕਰਕੇ। ਮੈਂ ਕਹਿੰਦਾ ਸਾਨੂੰ ਜਿਹੜੀ ਪੋਜ਼ੀਟਿਵ ਸਾਡੀਆਂ ਇਸ ਮੋਰਚੇ ਦੀਆਂ ਅਚੀਵਮੈਂਟਸ ਆ, ਅਸੀਂ ਤੇ ਨਵਜੋਤ ਲੰਬੀ ਨੂੰ ਕਿਹਾ ਸਾਰਿਆਂ ਨੇ ਫੋਨ ਕਰਕੇ, ਮੈਂ ਕਿਹਾ ਉਹਨੂੰ, ਮੈਂ ਕਿਹਾ ਨਵਜੋਤ ਸਾਰੇ ਬਹੁਤ ਖੁਸ਼ ਆ, ਤੂੰ ਆ ਜਾ ਮੈਦਾਨ ਦੇ ਵਿੱਚ। 22 ਸਾਲ ਦੀ ਕੁੜੀ ਨਿਕਲੀ, ਜੇ ਉਹ 25 ਦੀ ਹੁੰਦੀ ਤਾਂ ਸਾਡੀ ਸਭ ਦੀ ਉਹ ਜਾਣੀ ਆਈਕਨ ਹੋਣੀ ਸੀਗੀ ਇੱਥੇ ਦੀ ਇਸ ਮੂਵਮੈਂਟ ਦੀ। ਅਤੇ ਇਹ ਕਹਿਣ ਦਾ ਮੇਰਾ ਮਤਲਬ ਸਾਡੇ ਮਨ ਦੇ ਵਿੱਚ ਹਰ ਉਸ ਬੰਦੇ ਲਈ ਸਤਿਕਾਰ ਅਤੇ ਆਦਰ, ਔਰ ਹਰ ਬੰਦੇ ਨੂੰ ਅਸੀਂ ਮਨ 'ਚ ਹੈਗਾ, ਅਸੀਂ ਹਰ ਉਸ ਬੰਦੇ ਜਾਂ ਬੱਚੀ ਨੂੰ ਜਾਂ ਭੈਣ ਨੂੰ ਉਤਸ਼ਾਹਿਤ ਕਰਕੇ ਇਹੋ ਜਿਹੀ ਮੂਵਮੈਂਟ 'ਚ ਉਤਾਰਨਾ ਚਾਹੁੰਦੇ ਹਾਂ, ਤਾਂ ਕਿ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਅੱਜ ਤੱਕ ਕਬਜ਼ਾ ਕੀਤਾ ਅਤੇ ਆਪਣੇ ਢਿੱਡ ਭਰੇ, ਉਹਨਾਂ ਨੂੰ ਐਕਸਪੋਜ਼ ਵੀ ਕੀਤਾ ਜਾਏ ਅਤੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਇੱਕ ਨਵੀਂ ਕਿਸਮ ਦੀ ਰਾਜਨੀਤੀ ਨੂੰ ਇੱਥੇ ਲਿਆਂਦਾ ਜਾ ਸਕੇ। ਤੁਸੀਂ ਕਿਹਾ ਕੁਝ ਮਜਬੂਰੀਆਂ ਹੁੰਦੀਆਂ ਨੇ, ਬਹੁਤ ਕੁਝ ਹੁੰਦਾ ਜਿਨ੍ਹਾਂ ਕਰਕੇ ਕੁਝ ਟਿਕਟਸ ਦੇਣੀਆਂ ਪੈਂਦੀਆਂ ਨੇ। ਸਿਰਫ ਇੱਕ ਪੁੱਛ ਲੈਣਾ, ਜਿਹਨੂੰ ਅਖਬਾਰਾਂ ਵਾਲੇ ਬਾਰ-ਬਾਰ ਗੈਂਗਸਟਰ ਟਰਨਡ ਪੋਲੀਟੀਸ਼ੀਅਨ ਲਿਖਦੇ, ਲੱਖਾ ਸਿਧਾਣਾ, ਕੀ ਮਜਬੂਰੀ ਰਹੀ? ਵਿਡਰਾ ਹੋ ਸਕਦੇ ਹਨ ਜਾਂ ਨਹੀਂ? ਉਹ ਠੀਕ ਹੈ? ਨਹੀਂ, ਉਹਦੀ ਕਿਹੜੀ ਗੱਲ ਕਰਦੇ, ਇਹ ਪਤਾ ਨਹੀਂ ਤੁਸੀਂ ਕਿੱਥੋਂ ਗੱਲ ਕੱਢ ਲਈ। ਤੁਹਾਡਾ ਨਾ ਫਿਰ ਇਹ ਰਾਜਨੀਤਿਕ ਸਵਾਲ ਨਹੀਂ ਹੈ, ਮੈਂ ਤੁਹਾਨੂੰ ਦੱਸ ਦਿੰਦਾ। ਇਸ ਗੱਲ ਬਾਰੇ ਵੀ ਕਾਫੀ ਕੰਟਰੋਵਰਸੀ ਵੀ ਸੀਗੀ ਕਿ ਕੁਛ ਕਹਿੰਦੇ ਸੀ ਸਿਧਾਂਤਕ ਫੈਸਲਾ, ਇਹਨੇ ਪੂਰੀ ਸਾਡੇ ਆਪਣੇ ਅੰਦਰ ਵੀ ਇੱਕ ਪੂਰੇ 2 ਕਿਸਮ ਦੀਆਂ ਧਾਰਾਵਾਂ ਹੈਗੀਆਂ। ਇੱਕ ਇਹ ਸੀ ਵੀ ਨਹੀਂ, ਅਸੀਂ ਇਹੋ ਜਿਹੇ ਬੰਦਿਆਂ ਨੂੰ ਨਹੀਂ ਦੇ ਸਕਦੇ, ਖਾਸ ਕਰਕੇ ਇਕੱਲਾ ਗੈਂਗਸਟਰ ਟਰਨਡ ਪੋਲੀਟੀਸ਼ੀਅਨ ਨਹੀਂ,
ਉਹਨਾਂ ਦਾ ਐਟੀਟਿਊਡ ਇਸ ਮੂਵਮੈਂਟ ਪ੍ਰਤੀ ਵੀ ਵੈਸੀਲੇਟਿੰਗ ਸੀ। ਕਦੀ ਸਪੋਰਟ ਕਰਦੇ ਸੀ, ਕਦੀ ਵਿਰੋਧਤਾ ਕਰਦੇ ਸੀ, ਆਪਣੇ ਢੰਗ ਨਾਲ ਕਦੀ ਧਮਕੀਆਂ ਵੀ ਦਿੰਦੇ ਸੀ। ਉੱਥੇ ਵੀ ਉਹ ਬਹੁਤਾ ਚੰਗਾ ਨਹੀਂ ਸੀ। ਪਰ ਜਦੋਂ ਅਸੀਂ ਇਹ ਦੇਖਿਆ ਕਿ ਸਾਡੇ ਮੈਜੋਰਿਟੀ ਲੋਕ ਇਸ ਗੱਲ ਨੂੰ ਕਹਿੰਦੇ ਆ ਕਿ ਨਹੀਂ, ਸਾਡਾ ਠੀਕ ਆ, ਉਸਨੇ ਕੁਝ ਗਲਤੀਆਂ ਵੀ ਕੀਤੀਆਂ ਹੋਣ, ਉਹਦੀਆਂ ਕਮੀਆਂ ਵੀ ਹੋਣ, ਫਿਰ ਵੀ ਉਹ ਮੂਵਮੈਂਟ ਦੇ ਨਾਲ ਪਹਿਲੇ ਦਿਨ ਤੋਂ ਖੜਾ। ਜਿੱਦਣ ਇਹ ਇੱਥੇ ਸ਼ੰਭੂ ਦੇ ਬਾਰਡਰ 'ਤੇ ਸੀ, ਮੈਂ ਉੱਥੇ ਉਸ ਸਟੇਜ ਦੇ ਉੱਤੇ ਸੀ 7-8 ਘੰਟੇ, ਉਹ ਡਟ ਕੇ ਉੱਥੇ ਉਸਨੇ 8-9 ਹਜ਼ਾਰ ਯੂਥ ਨੂੰ ਲਿਆ। ਔਰ ਯੂਥ ਦਾ ਇਸ ਵੇਲੇ ਵੀ ਉਹ ਬੜਾ ਵੱਡਾ ਮੋਬਿਲਾਈਜ਼ਰ ਹੈਗਾ। ਤੇ ਮੈਨੂੰ ਤਾਂ ਲੱਗਦਾ ਜਿਹੜੇ ਉਹਨੂੰ ਇੱਕ ਪਾਸੜੇ ਤੌਰ ਦੇ ਉੱਤੇ ਭੰਡ ਰਹੇ ਆ ਕਿ ਗੈਂਗਸਟਰ ਟਰਨਡ ਪੋਲੀਟੀਸ਼ੀਅਨ ਹੈ, ਮੈਨੂੰ ਲੱਗਦਾ ਕਿ ਸਾਨੂੰ ਸਗੋਂ ਜੇ ਉਹ ਗੈਂਗਸਟਰਿਜ਼ਮ ਛੱਡਣਾ ਚਾਹੁੰਦਾ ਤੇ ਪੋਲੀਟਿਕਸ ਮੇਨ ਸਟ੍ਰੀਮ 'ਚ ਆਉਣਾ ਚਾਹੁੰਦਾ ਤੇ ਆਪਣੇ ਆਪ ਨੂੰ ਸੁਧਾਰਨਾ ਚਾਹੁੰਦਾ, ਤੇ ਸਾਨੂੰ ਇੱਕ ਆਪਣੀ ਇਹਨਾਂ ਮੂਵਮੈਂਟਾਂ ਦੀ ਤੇ ਲੋਕਾਂ ਦੀ ਤੇ ਉਹਦੀ ਆਪਣੀ ਨਿੱਜੀ ਵੀ ਅਚੀਵਮੈਂਟ ਸਮਝਣੀ ਚਾਹੀਦੀ ਹੈ, ਨਾ ਕਿ ਕੋਈ ਘਟਾਓ ਸਮਝਣਾ ਚਾਹੀਦਾ। ਰਹੀ ਗੱਲ ਕਿ ਉਸ ਨੂੰ ਕਿਉਂ ਦਿੱਤਾ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਲਾਸਟ ਮੂਮੈਂਟ 'ਤੇ ਉਹਨਾਂ ਤੋਂ ਕਮਿਟਮੈਂਟਾਂ ਲੈ ਕੇ ਉਹਨਾਂ ਨੇ ਬਾਰ-ਬਾਰ ਸਾਨੂੰ ਕਿਹਾ, ਅਸੀਂ ਵੀ ਮੰਨਿਆ, ਸਾਡੇ ਅੰਦਰ ਵੀ ਇੱਕ ਵੱਡਾ ਹਿੱਸਾ ਯੂਨੀਅਨ ਦਾ ਕਹਿੰਦਾ ਸੀ ਕਿ ਨਹੀਂ ਠੀਕ ਹੈ, ਉਹਦੀਆਂ ਕਮੀਆਂ ਗਲਤੀਆਂ ਹੈ, ਸਾਨੂੰ ਮੰਨ ਜਾਣਾ ਚਾਹੀਦਾ ਉਹਦਾ ਕੈਂਡੀਡੇਟ, ਤੇ ਦਿਸ ਇਜ਼ ਹਾਊ ਇਟ ਵਾਜ਼ ਅਡਾਪਟਡ। ਪਰ ਇਹ ਨਹੀਂ ਕਿ ਇਹ ਅਨਕੰਟੈਸਟਡ ਸੀ, ਮੈਂ ਇਹ ਵੀ ਅੱਜ ਤੁਹਾਨੂੰ ਦੱਸਦਾ। ਇਸ ਲਈ ਇੰਝ ਨਾ ਸਮਝੋ ਕਿ ਅਸੀਂ ਦੂਜੀਆਂ ਪਾਰਟੀਆਂ ਵਾਂਗੂ ਜੋ ਆਏ ਸੋ ਰਾਜੀ ਜਾਏ, ਖਾਸ ਕਰ ਗੈਂਗਸਟਰਾਂ ਵਾਲਾ, ਜਿਵੇਂ ਮੈਂ ਪਾਰਲੀਮੈਂਟ ਦੀ ਕੈਬਨਿਟ ਦੇ ਤੁਹਾਨੂੰ ਅੰਕੜੇ ਦੇ ਕੇ 43% ਦੇ ਦਿੱਤੇ, ਇਸ ਤਰ੍ਹਾਂ ਸਾਡੇ ਅੰਦਰ ਫਿਰ ਵੀ ਮੈਂ ਉਹੀ ਗੱਲ ਕਹਿਣਾ ਕਿ ਜਦੋਂ ਤੁਸੀਂ ਲੋਕਾਂ ਦੇ ਰਾਹੀਂ ਫੈਸਲਾ ਲੈਣਾ ਤੇ ਉਹ ਕਈ ਵਾਰੀ ਲੋਕਾਂ ਦੇ ਵਿੱਚ ਵੀ ਮੈਜੋਰਟੀ ਮਿਨੋਰਟੀ ਦੇ ਜਿਹੜੇ ਫੈਸਲੇ ਹੁੰਦੇ ਆ, ਕਦੀ ਕਮੀ ਪੇਸ਼ੀ ਹੋ ਸਕਦੀ ਹੁੰਦੀ ਆ। ਇੰਨਾ ਕੁ ਸਾਨੂੰ ਮਾਰਜਨ ਹਮੇਸ਼ਾ ਰੱਖ ਕੇ ਪਬਲਿਕ ਲਾਈਫ 'ਚ ਚੱਲਣਾ ਪੈਂਦਾ। ਠੀਕ ਹੈ, ਮੈਂ ਸ਼ਾਇਦ ਤੁਹਾਨੂੰ ਇਹ ਸਵਾਲ ਪਹਿਲਾਂ ਵੀ ਇੱਕ ਡਿਬੇਟ 'ਚ ਪੁੱਛ ਚੁੱਕਾ, ਲੇਕਿਨ SSM SKM 'ਚੋਂ ਨਿਕਲੀ ਹੈ, ਹਜੇ ਵੀ ਕੋਸ਼ਿਸ਼ ਕਰ ਰਹੀ ਹੈ ਕਿਸਾਨਾਂ ਨੂੰ ਇਸਤੇਮਾਲ ਕਰਨ ਦਾ, ਕਹਿ ਲਓ, ਜਾਂ ਜਿਵੇਂ ਵੀ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਖੜਾਂਗੇ। ਤੁਸੀਂ ਜਿਵੇਂ ਹੁਣੇ ਕਿਹਾ ਕਿ ਬੱਸੀ ਪਠਾਣਾ ਵਾਲੇ ਕੈਂਡੀਡੇਟ ਕਿਸਾਨ ਉਹਦੇ ਨਾਲ ਨੇ, ਜਾਂ ਟਰੈਕਟਰ ਮਾਰਚ ਕੱਢੋਗੇ। ਦੋ ਸਵਾਲ ਨੇ। ਪਹਿਲੀ ਗੱਲ ਤਾਂ ਬਾਰ-ਬਾਰ ਤੁਹਾਡੇ 'ਤੇ ਅਟੈਕ ਹੁੰਦਾ ਕਿ ਤੁਸੀਂ SKM ਨਹੀਂ ਹੋ, ਸਾਰੀ ਜਥੇਬੰਦੀਆਂ ਨਹੀਂ ਹੈ, ਤੁਸੀਂ ਅਲੱਗ ਹੋ। ਫਿਰ ਜਦੋਂ ਮੈਂ ਤੁਹਾਨੂੰ ਇਹ ਸਵਾਲ ਪੁੱਛਦਾ, ਤੁਸੀਂ ਮੈਨੂੰ ਕਹਿੰਦੇ ਹੋ ਕਿ ਹਾਂ ਅਸੀਂ ਸਿਰਫ ਕਿਸਾਨਾਂ ਲਈ ਨਹੀਂ, ਅਸੀਂ ਸਾਰੇ ਸਮਾਜ ਲਈ ਹਾਂ। ਪਰ ਜਿਵੇਂ ਦਾ ਕੈਂਪੇਨ ਹੋ ਰਿਹਾ, ਤੁਸੀਂ ਬਾਕੀ ਸਮਾਜ ਨੂੰ ਕਿਵੇਂ ਕਨਵਿੰਸ ਕਰੋਗੇ ਜਾਂ ਭਰੋਸਾ ਦਿਵਾਓਗੇ ਕਿ ਅਸੀਂ ਸਿਰਫ ਕਿਸਾਨਾਂ ਦੇ ਲੀਡਰ ਨਹੀਂ ਹਾਂ, ਅਸੀਂ ਪੋਲੀਟੀਕਲੀ ਇੱਕ ਸੂਬੇ ਨੂੰ, ਚਾਹੇ ਉਹਦੀ ਇਕਨੋਮੀ ਹੋਵੇ, ਜਿੰਨੀਆਂ ਦਿੱਕਤਾਂ ਹੋਣ, ਅਸੀਂ ਉਹਦੇ ਲਈ ਕਾਰਗਰ ਸਾਬਿਤ ਹੋ ਸਕਦੇ ਹਾਂ। ਚਲੋ ਕੱਲ੍ਹ ਨੂੰ ਸਾਡਾ ਇਕਰਾਰਨਾਮਾ, ਅਸੀਂ ਤੇ ਉਹਨੂੰ ਇਕਰਾਰਨਾਮਾ ਕਿਹਾ, ਮੈਨੀਫੈਸਟੋ, ਉਹ 'ਚ ਦੇਖ ਲਿਓ 25 ਪੁਆਇੰਟ ਆ। ਉਹਦੇ 'ਚ ਛੋਟੇ ਸਨਅਤਕਾਰਾਂ ਨੂੰ, ਵਪਾਰੀਆਂ ਨੂੰ, ਸਨਅਤ ਨੂੰ, ਉਦਯੋਗ ਨੂੰ ਕਿਵੇਂ ਸਾਰਾ ਕੁਝ ਲਿਖਿਆ ਹੋਇਆ। ਉਹ ਸਾਡਾ ਇੱਕ ਲੋਕਾਂ ਨਾਲ ਵਾਅਦਾ ਹੈਗਾ। ਇਹ ਨਹੀਂ ਹੈ ਕਿ ਅਸੀਂ ਉਹਨੂੰ ਨਗਲੈਕਟ ਕਰਦੇ ਹਾਂ, ਪਰ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈਗੀ ਕਿ ਇਹ ਜਿਹੜੀ ਨਿਕਲੀ ਹੋਈ ਪਾਰਟੀ ਹੈ, ਇਹਦਾ ਆਧਾਰ ਤੇ ਪਿੰਡੂ ਹੀ ਹੈ, ਤੇ ਪਿੰਡਾਂ 'ਚ ਟਰੈਕਟਰ ਹੀ ਹੈ ਸਾਧਨ ਸਭ ਤੋਂ। ਤੇ ਅਸੀਂ ਨਹੀਂ ਚਾਹੁੰਦੇ ਕਿ ਜਿਸ ਆਧਾਰ 'ਚੋਂ, ਜਿਸ ਮੂਲ ਜੜ 'ਚੋਂ ਇਹ ਸੋਚ ਤੇ ਇਹ ਰਾਜਨੀਤੀ ਪੈਦਾ ਹੋਈ ਹੈ, ਉਸ ਨੂੰ ਆਪਾਂ ਕਿਸੇ ਤਰੀਕੇ ਨਾਲ ਦੂਰ ਕਰੀਏ ਆਪਣੇ ਆਪ ਨਾਲੋਂ, ਜਾਂ ਅਸੀਂ ਉਸ ਨੂੰ ਇਗਨੋਰ ਕਰੀਏ। ਇਹ ਨਹੀਂ ਹੋ ਸਕਦਾ, ਅੱਖੋਂ ਪਰੋਖੇ ਨਹੀਂ ਕਰ ਸਕਦੇ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਇੰਡਸਟਰੀ ਜਿਹੜੀ ਜਾਂ ਸ਼ਹਿਰ ਹੈ ਉਹ ਪਿੰਡਾਂ ਤੋਂ ਬਗੈਰ ਬਚ ਸਕਦੇ ਆ। ਅੱਜ ਸਾਰਿਆਂ ਨੇ ਸਟਿੱਕਰ ਲਾਏ, ਤੁਸੀਂ ਸਾਰਿਆਂ ਨੇ, ਅਸੀਂ ਨੋ ਫਾਰਮਰ ਨੋ ਫੂਡ। ਤੇ ਜੇ ਫਾਰਮਰ ਨਹੀਂ ਹੈ ਤੇ ਦੇਸ਼ ਵੀ ਨਹੀਂ ਹੈ, ਜੇ ਫਾਰਮਰ ਨਹੀਂ ਹੈ ਤੇ ਦੇਸ਼ ਦਾ ਡਿਫੈਂਸ ਵੀ ਨਹੀਂ ਹੈ। ਕਿੱਥੋਂ ਆਉਂਦੇ ਆ? ਕਿਸਾਨਾਂ ਦੇ ਬੱਚੇ ਹੀ ਜਾ ਕੇ ਉੱਥੇ ਗੋਲੀਆਂ ਖਾਂਦੇ ਆ। ਇਸ ਲਈ ਇਸ ਨੂੰ ਲਿੰਕਡ ਦੇ ਤੌਰ ਤੇ ਦੇਖੋ। ਫਾਰਮਰ ਦਾ ਮਤਲਬ ਇਕੱਲਾ ਇੰਜ ਨਹੀਂ, ਜਿੱਦਣ ਫਸਲ ਜਿਸ ਵਾਰੀ ਮਾਰੀ ਜਾਂਦੀ ਆ, ਸਾਰਾ ਸ਼ਹਿਰ ਦਾ ਵਪਾਰ ਠੱਪ ਹੋ ਜਾਂਦਾ, ਕਿਉਂਕਿ ਪੈਸਾ ਨਹੀਂ ਆਉਂਦਾ, ਖਰੀਦਣਾ ਕਹਿੰਦੇ ਆ। ਜੇ ਫਾਰਮਰ ਦੀ ਜੇਬ 'ਚ ਪੈਸਾ ਹੀ ਨਹੀਂ ਆਇਆ ਤੇ ਇਹ ਸ਼ਹਿਰੀ ਕਿਵੇਂ ਚੱਲਣਗੇ? ਨਾ ਸ਼ਹਿਰਾਂ ਨੂੰ ਖਾਣਾ ਮਿਲੂਗਾ। ਇਸ ਲਈ ਇਹਨੂੰ ਆਪਾਂ ਅਲੱਗ ਤੌਰ 'ਤੇ ਨਾ ਦੇਖੀਏ ਭਈ ਪਿੰਡ ਅਲੱਗ ਆ ਤੇ ਸ਼ਹਿਰ ਅਲੱਗ ਆ। ਉਹ ਸਾਰੇ ਇੱਕ ਦੂਜੇ ਨਾਲ ਅੱਜ ਦੀ ਅਰਥ ਵਿਵਸਥਾ ਵਿੱਚ ਨੇੜੇ ਤੋਂ ਜੁੜੇ ਹੋਏ ਆ। ਜੇ ਪਿੰਡ ਬਚਣਗੇ ਤੇ ਸ਼ਹਿਰ ਬਚਣਗੇ। ਪਰ ਨਾਲ ਹੀ ਇਹਨੂੰ ਇੰਜ ਮਤ ਸਮਝੋ ਕਿ ਇਹ ਪੇਂਡੂਆਂ ਦੀ ਪਾਰਟੀ ਹੈ ਜਾਂ ਸਿਰਫ ਪਿੰਡਾਂ ਦੀਆਂ ਦਰਦ ਨੂੰ ਸਮਝਦੀ ਹੈ, ਸ਼ਹਿਰਾਂ ਵਾਲਿਆਂ ਦੇ ਦਰਦ ਨੂੰ ਨਹੀਂ ਸਮਝਦੀ। ਪਿਛਲੀ ਪ੍ਰੈਸ ਕਾਨਫਰੰਸ 36 ਸੈਕਟਰ 'ਚ ਹੋਈ ਸੀ, ਰਾਜੇਵਾਲ ਨੇ ਖਾਸ ਕਰਕੇ, ਉਹ ਸਾਡੇ ਮੈਨੀਫੈਸਟੋ 'ਚ ਵੀ ਹੈ, ਖਾਸ ਕਰਕੇ ਕਿਹਾ ਸੀ ਕਿ ਜਿਹੜੇ ਛੋਟੇ ਛੋਟੇ ਉਦਯੋਗਾਂ ਵਾਲੇ ਆ ਜਾਂ ਛੋਟੇ ਛੋਟੇ ਦੁਕਾਨਾਂ ਵਾਲੇ ਆ ਪਿੰਡਾਂ 'ਚ ਜਾਂ ਕਸਬਿਆਂ ਦੇ ਵਿੱਚ, ਉਹਨਾਂ ਨੂੰ ਜਿਹੜਾ ਬਿਜਲੀ ਦਾ ਦਰ ਆ ਕਮਰਸ਼ੀਅਲ ਲਾਇਆ ਜਾਂਦਾ, ਉਹ ਕਾਫੀ ਮਹਿੰਗਾ ਹੈ ਉਹਨਾਂ ਨਾਲੋਂ। ਭਈ ਨਾ, ਅਸੀਂ ਤੇ ਉਹ ਤੇ ਇੱਕ ਪਾਸੇ ਘਰ ਆ, ਇੱਕ ਪਾਸੇ ਦੁਕਾਨ ਬਾਈ ਆ, ਅਸੀਂ ਉਹਨਾਂ ਨੂੰ ਘਰੇਲੂ ਰੇਟ ਦੇ ਉੱਤੇ ਬਿਜਲੀ ਦਿਆਂਗੇ। ਕਿਉਂਕਿ ਜੇ ਉਹ ਉੱਥੋਂ ਉੱਜੜਨਗੇ ਤੇ ਮਾਰਕੀਟ ਦੇ ਵਿੱਚ ਬੇਰੁਜ਼ਗਾਰੀ ਪੈਦਾ ਕਰਨਗੇ। ਜੋ ਆਪਣਾ ਢਿੱਡ ਪਾਲ ਰਿਹਾ ਤੇ ਉਹਨਾਂ ਨੂੰ ਮਾੜੀ ਜਿਹੀ ਮਦਦ ਕਰੋਗੇ, ਉਹ ਢਿੱਡ ਪਾਲਦੇ ਰਹਿਣ।
ਕਿੱਡੀ ਤਕੜੀ ਸੋਚ ਆ, ਮਾਨਵਵਾਦੀ ਸੋਚ ਆ। ਇਸ ਲਈ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਛੋਟੇ ਕਾਰੋਬਾਰੀ ਹੋਣ ਜਾਂ ਵਪਾਰੀ ਹੋਣ, ਉਹਨਾਂ ਲਈ ਸਾਡਾ ਉਨਾ ਹੀ ਦਿਲ ਧੜਕਦਾ ਜਿੰਨਾ ਪਿੰਡ ਦੇ ਕਿਸਾਨਾਂ ਲਈ ਜਾਂ ਹੋਰ ਮਜ਼ਦੂਰਾਂ ਲਈ। ਆਖਰੀ ਸਵਾਲ, ਉਮੀਦ ਕਰੂੰਗਾ ਤੁਸੀਂ ਬਾਕੀ ਪੋਲੀਟੀਸ਼ੀਅਨਸ ਵਾਂਗ ਇਹ ਨਹੀਂ ਕਹੋਗੇ ਕਿ ਅਸੀਂ ਆ ਰਹੇ ਹਾਂ, ਅਸੀਂ ਸਾਰੀ ਸੀਟਾਂ ਜਿੱਤ ਕੇ ਮੈਜੋਰਿਟੀ ਲਵਾਂਗੇ। ਰੀਅਲਿਸਟਿਕਲੀ, ਕਿਉਂਕਿ ਹਰ ਪਾਰਟੀ ਆਪਣੇ ਸਰਵੇਜ਼ ਕਰਦੀ ਹੈ, ਐਸਐਸਐਮ ਕਿੰਨੀਆਂ ਸੀਟਾਂ ਤਾਂ ਸੋਚ ਰਹੀ ਹੈ ਕਿ ਅਸੀਂ ਇੰਨੀਆਂ ਜਿੱਤ ਸਕਦੇ ਹਾਂ? ਦੇਖੋ, ਇਹੋ ਜਿਹਾ ਸਰਵੇ ਅਜੇ ਅਸੀਂ ਕੁਛ ਨਹੀਂ ਕੀਤਾ। 3 ਦਿਨ ਬਾਕੀ ਪਾਰਟੀਆਂ ਕਰ ਚੁੱਕੀਆਂ ਉਹਨੇ ਕੋਈ ਨਹੀਂ, ਉਹਦੇ ਵਿਹਲੀਆਂ ਆ। ਸਾਡੇ ਕੋਲ ਤਾਂ ਹੋਸ਼ ਹੀ ਨਹੀਂ ਕੰਮ ਦੀ, ਇੰਨਾ ਕੰਮ ਆ ਸਰਵੇ ਕਰਨ ਦਾ ਨਹੀਂ ਹੈ। ਮੈਂ ਪਹਿਲਾ ਟ੍ਰਿਪ ਪਰਸੋਂ ਤੋਂ ਲਾਉਣਾ ਸ਼ੁਰੂ ਕਰੂੰਗਾ, ਉਦੋਂ ਬਾਅਦ ਜਦੋਂ ਮਿਲਾਂਗੇ ਮੈਂ ਤੁਹਾਨੂੰ ਮਾੜਾ ਮੋਟਾ ਅੰਦਾਜ਼ਾ ਦੱਸ ਪਾਊਂਗਾ। ਪਰ ਮੈਂ ਇੰਨੀ ਗੱਲ ਜ਼ਰੂਰ ਕਹਿ ਦਿੰਦਾ ਕਿ ਅਸੀਂ ਚੱਲੇ ਹਾਂ 4 ਤਰੀਕ ਸ਼ਾਮ ਨੂੰ ਚੋਣ ਨਿਸ਼ਾਨ ਮਿਲੇ ਆ, 5 ਤੋਂ ਆ, ਤੇ ਅੱਜ ਹੈਗੀ 7 ਤਰੀਕ, ਤੀਸਰਾ ਦਿਨ ਆ ਅੱਜ ਸਾਡਾ। ਤੁਸੀਂ 10-11 ਤਰੀਕ ਤੋਂ ਬਾਅਦ ਦੇਖਿਓ ਕਿ ਸਾਡੀ ਮੁਹਿੰਮ ਕਿਵੇਂ ਚੜ੍ਹਨੀ ਆ। ਔਰ ਆਲਰੇਡੀ ਰੋਜ਼ ਰਿਪੋਰਟਾਂ ਆ ਰਹੀਆਂ, ਕਦੀ ਕਹਿ ਦਿੰਦੇ ਕਿ ਆਹ ਕਾਂਸਟੀਚੁਐਂਸੀ 'ਚ ਅੱਗੇ ਆ ਗਏ, ਕਦੀ ਕਹਿੰਦੇ ਆ ਗਏ, ਆ ਗਏ। 11-12 ਤਰੀਕ ਤੋਂ ਬਾਅਦ ਸਾਨੂੰ ਕਾਫੀ ਪਤਾ ਲੱਗ ਜੂ ਕਿ ਕਿੰਨਾ ਹਲਕਿਆਂ ਦੇ ਵਿੱਚ ਅਸੀਂ ਕਾਫੀ ਅੱਗੇ ਵਧ ਰਹੇ ਹਾਂ ਅਤੇ ਕਿੱਥੇ ਅਸੀਂ ਖਲੋ ਗਏ ਹਾਂ ਅਤੇ ਕਿੱਥੇ ਅਸੀਂ ਨਹੀਂ ਕਰ ਪਾ ਰਹੇ। ਪਰ ਅਸੀਂ ਇਸ ਸੋਚ ਦੇ ਨਾਲ ਚੱਲੇ ਵੀ ਨਹੀਂ ਹੈ। ਅਸੀਂ ਤਾਂ ਇੱਕ ਜਿਵੇਂ ਕਿਸਾਨਾਂ ਦਾ ਧਰਮ ਸੀਗਾ ਕਿ ਉਸ ਵੇਲੇ ਪਿੰਡਾਂ ਨੂੰ ਬਚਾਉਣਾ, ਕਿਸਾਨੀ ਨੂੰ ਬਚਾਉਣਾ, ਜ਼ਮੀਨਾਂ ਨੂੰ ਬਚਾਉਣਾ, ਉਸੇ ਧਰਮ ਦੀ ਪਰਿਪਾਲਣਾ ਕਰਦੇ ਹੋਏ, ਆਪਣੇ ਧਰਮ ਨੂੰ ਨਿਭਾਉਂਦੇ ਹੋਏ, ਇੱਕ ਆਪਣੇ ਜਿਹੜਾ ਮੋਰਲ ਸਟਾਂਸ ਆ ਸਾਡੀ, ਹੈ ਨਾ ਜੀ, ਉਸ ਦੇ ਵਿੱਚੋਂ ਅਸੀਂ ਇਹ ਲੜਾਈ 'ਚ ਉਤਰੇ ਹਾਂ। ਇਸ ਗੱਲ ਨਹੀਂ ਕਿ ਸਾਨੂੰ ਸੱਤਾ ਦਾ ਭੋਖੜਾ ਲੱਗਾ ਤੇ ਸਾਨੂੰ ਲਾਲ ਬੱਤੀਆਂ ਵਾਲੀਆਂ ਕਾਰਾਂ ਚਾਹੀਦੀਆਂ। ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ, ਸਾਨੂੰ ਉਮੀਦ ਹੈ ਕਿ ਲੋਕ ਵੀ ਆਪਣਾ ਫਰਜ਼ ਨਿਭਾਉਣਗੇ। ਸੋ ਇਹ ਸਨ ਮਨਜੀਤ ਸਿੰਘ ਜੀ, ਜੋ ਹੁਣ ਸੰਯੁਕਤ ਸਮਾਜ ਮੋਰਚਾ ਦੇ ਨਾਲ ਬਿਲਕੁਲ ਜੁੜੇ ਹੋਏ ਨੇ, ਡਟੇ ਹੋਏ ਨੇ, ਲੜ ਰਹੇ ਨੇ। ਬਹੁਤ ਗੱਲਾਂ ਕੀਤੀਆਂ ਪੰਜਾਬ ਦੀ ਪੋਲਿਟਿਕਸ ਬਾਰੇ, ਨੈਸ਼ਨਲ ਪੋਲਿਟਿਕਸ ਨੂੰ ਵੀ ਛੋਇਆ, ਲੇਕਿਨ ਐਸਐਸਐਮ ਜੋ ਕੁਝ ਕਰ ਰਹੀ ਹੈ, ਕਿਵੇਂ ਅੱਗੇ ਵੱਧ ਰਹੀ ਹੈ, ਕਿਵੇਂ ਬਣੀ, ਮੈਨੂੰ ਲੱਗਦਾ ਸੀ ਬਹੁਤ ਉਹਦੀ ਵੀ ਅੰਦਰੂਨੀ ਗੱਲ ਕੀਤੀ ਤੇ ਇਹਨੇ ਸਾਨੂੰ ਅੱਛੇ ਉਸ ਹਿਸਾਬ ਨਾਲ ਜਵਾਬ ਵੀ ਦਿੱਤੇ। ਇਹ ਸ਼ਾਇਦ ਇਹਨੇ ਮੰਨਿਆ ਕਿ ਲੇਟ ਹੈ ਸੰਯੁਕਤ ਸਮਾਜ ਮੋਰਚਾ, ਪਰ ਕੁਝ ਨਹੀਂ ਪਤਾ ਹੁੰਦਾ, ਆਖਰੀ ਹੰਭਲਾ ਜੇ ਤਗੜਾ ਹੋਵੇ ਤਾਂ ਗੇਮ ਪਲਟ ਸਕਦੀ ਹੈ। ਜੋ ਇਸ ਵੇਲੇ ਪੰਜਾਬ 'ਚ ਰੋਜ਼ ਨਵੀਆਂ ਬਦਲਾਅ, ਰੋਜ਼ ਨਵੀਂ ਅਨਾਉਂਸਮੈਂਟਸ ਦੇ ਨਾਲ ਗੇਮ ਪਲਟਦੀ ਹਰ ਰੋਜ਼ ਦਿਖ ਰਹੀ ਹੈ, ਸ਼ਾਇਦ ਐਸਐਸਐਮ ਵੀ ਇਹੋ ਜਿਹਾ ਕੁਝ ਕਰ ਸਕੇਗੀ। ਖੈਰ, ਥੋੜੇ ਹੀ ਦਿਨ ਬਚੇ ਨੇ, ਜਲਦੀ ਪਤਾ ਲੱਗ ਜਾਏਗਾ। ਪਰ ਤੁਸੀਂ ਦੇਖਦੇ ਰਹੋ ਪੰਜਾਬ ਟੁਡੇ। ਸਤਿ ਸ਼੍ਰੀ ਅਕਾਲ।